प्रभु जी ने पूरा किया। और इस बार इन्होंने लगातार चर्च आते सी प्रभु के दास घोषणा करते सी कि तुहाडे घर जिहड़े ब्लैस होने वास्ते जा रहे प्रभु जी तुहाडे मन दी इच्छावां नूं पूरा करने वास्ते जा रहे हैं। इस बार प्रभु जी ने इन्हां नूं डबल बैड दे नाल ब्लैस किया। 18,000 रुपए दे नवे डबल बैड दिते और गद्दे दिते। 7,000 रुपए दे इस ब्लैसिंग वास्ते अपने दासां दा अपने प्रभु जी दा बहुत बहुत धन्यवाद करते। सब भैन भाई जोरदार तारीफ करांगे। आमीन। पाक रूह दी हजूरी ये कमाल, पाक रूह दी हजूरी ये कमाल, खुदी होते देते ये सुना दरबार, खुदी होते देते ये सुना दरबार, ना कोई दुखे ना पड़ना है सवाल, ना कोई दुखे ना पड़ना है सवाल, के सारे लगा ये सुनो जला, 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 के सारे लगा ये सुनो जला। यीशु मसीह की जय, यीशु मसीह की जय, के सारे लगा ये सुनो जला, के सारे लगा ये सुनो जला, के सारे लगा ये सुनो जला। सिस्टर ਦਾ ਨਾਮ ਵੀਰੋ ਪਿੰਡ ਰੋੜੀ। ਸਿਸਟਰ ਦੇ ਜੀਵਨ ਦੀ ਗਵਾਹੀ ਇਹਨਾਂ ਦੀ ਬੇਟੀ ਦੇ ਬੇਟੇ ਦੀ ਇਹਨਾਂ ਦੇ ਦੋਤਰੇ ਦੀ ਹੈ ਕਿ ਉਹ ਇਹਨਾਂ ਆਪਣੇ ਪਾਪਾ ਦੇ ਨਾਲ ਮੋਟਰਸਾਈਕਲ ਤੇ ਜਾ ਰਿਹਾ ਸੀ ਔਰ ਮੋਟਰਸਾਈਕਲ ਅਚਾਨਕ ਖੱਡੇ ਦੇ ਵਿੱਚ ਡਿੱਗ ਗਿਆ। 2 ਸਾਲ ਦਾ ਬੱਚਾ ਸੀ। ਬੱਚਾ ਮੋਟਰਸਾਈਕਲ ਤੋਂ ਥੱਲੇ ਡਿੱਗ ਗਿਆ। ਜਦ ਬੱਚਾ ਮੋਟਰਸਾਈਕਲ ਤੋਂ ਥੱਲੇ ਡਿੱਗਾ ਉਹਦੇ ਸਿਰ ਵਿੱਚ ਬਹੁਤ ਜ਼ਿਆਦਾ ਚੋਟ ਲੱਗ ਗਈ ਸੀ। ਬੱਚਾ ਬੇਹੋਸ਼ ਹੀ ਨਹੀਂ ਸੀ ਕਰ ਰਿਹਾ। ਬੱਚੇ ਨੇ ਪੂਰੀ ਧੌਣ ਸੁੱਟੀ ਹੋਈ ਸੀ। ਫਤਿਹਗੜ੍ਹ ਹਸਪੀਟਲ ਵਿੱਚ ਬੱਚੇ ਨੂੰ ਲੈ ਕੇ ਗਏ। ਡਾਕਟਰਾਂ ਜਵਾਬ ਦੇ ਦਿੱਤਾ, ਕਹਿੰਦੇ ਕਿ ਤੁਸੀਂ ਅੰਮ੍ਰਿਤਸਰ ਲੈ ਜਾਓ। ਜਦ ਅੰਮ੍ਰਿਤਸਰ ਹਸਪੀਟਲ ਲੈ ਕੇ ਗਏ ਉਸ ਜਗ੍ਹਾ ਤੇ ਵੀ ਡਾਕਟਰਾਂ ਨੇ ਬੱਚੇ ਨੂੰ ਐਡਮਿਟ ਨਹੀਂ ਕੀਤਾ। ਕਹਿੰਦਾ ਕਿ ਪੂਰੀ ਰਾਤ ਬੱਚੇ ਨੂੰ ਲੈ ਕੇ ਘੁੰਮਦੇ ਰਹੇ। ਹਾਰ ਕੇ ਬੱਚੇ ਨੂੰ ਲੈ ਕੇ ਵਾਪਸ ਆਪਣੇ ਘਰੇ ਆ ਗਏ। ਜਦ ਆਪਣੇ ਵਾਪਸ ਘਰੇ ਆਏ ਨਾ ਪ੍ਰਭੂ ਦੇ ਦਾਸਾਂ ਨੂੰ ਫੋਨ ਤੇ ਪ੍ਰਾਰਥਨਾ ਕਰਵਾਈ। ਜਦ ਪ੍ਰਭੂ ਦੇ ਦਾਸਾਂ ਨੇ ਫੋਨ ਤੇ ਪ੍ਰਾਰਥਨਾ ਕੀਤੀ, ਜੋ ਬੱਚਾ ਖੁਸ਼ ਨਹੀਂ ਸੀ ਕਰ ਰਿਹਾ ਉਸੇ ਵਕਤ ਪ੍ਰਭੂ ਦੇ ਦਾਸਾਂ ਦੇ ਦੁਆਰਾ ਵਚਨਾਂ ਦੇ ਦੁਆਰਾ ਪ੍ਰਭੂ ਜੀ ਨੇ ਬੱਚੇ ਨੂੰ ਛੂ ਕੇ ਕਾਮਿਲ ਸ਼ਿਫਾ ਦਿੱਤੀ। ਹੋਸ਼ ਆਈ ਔਰ ਜੋ ਚੋਟ ਲੱਗੀ ਸੀ ਉਹ ਤੋਂ ਵੀ ਛੁਟਕਾਰਾ ਦਿੱਤਾ। ਜੋ ਕੰਮ ਡਾਕਟਰ ਨਹੀਂ ਕਰ ਸਕੇ ਪਰਮੇਸ਼ਰ ਨੇ ਉਹ ਸੜੇ ਕੰਮ ਨੂੰ ਫਤਿਹ ਕੀਤਾ। ਬੱਚਾ ਪੂਰੀ ਤਰ੍ਹਾਂ ਚੋਟ ਤੋਂ ਫ੍ਰੀ ਹੋ ਚੁੱਕਾ ਹੈ। ਪ੍ਰਭੂ ਜੀ ਨੇ ਦਾਸਾਂ ਦੇ ਦੁਆਰਾ ਹਸਪੀਟਲ ਦੇ ਖਰਚੇ ਤੋਂ ਬਚਾਇਆ। ਇਸ ਮਹਾਨ ਕਿਰਪਾ ਵਾਸਤੇ ਆਪਣੇ ਦਾਸਾਂ ਦਾ ਆਪਣੇ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ। ਸਭ ਭੈਣ ਭਾਈ ਜੋਰਦਾਰ ਤਾਰੀਫ ਕਰਾਂਗੇ। ਆਮੀਨ। ਛੁਟਕਾਰਾ 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 ਯਿਸੂ ਨਾਜ਼ਰੀ ਨੇ ਦਿਆ ਛੁਟਕਾਰਾ ਯਿਸੂ ਨਾਜ਼ਰੀ ਨੇ ਦਿਆ ਛੁਟਕਾਰਾ 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 ਛੁਟਕਾਰਾ। ਸਿਸਟਰ ਦਾ ਨਾਮ ਗੁਰਜੀਤ ਕੌਰ ਪਿੰਡ ਤੜਗੜ। ਸਿਸਟਰ ਦੇ ਜੀਵਨ ਦੀ ਗਵਾਹੀ ਕਿ ਇਹਨਾਂ ਦੇ ਜੀਵਨ ਸਾਥੀ ਦੀ ਡੈਥ ਹੋਏ ਨੂੰ 10 ਸਾਲ ਹੋ ਗਏ ਸੀ ਔਰ 10 ਸਾਲ ਤੋਂ ਹੀ ਉਹ ਕੋਸ਼ਿਸ਼ ਕਰਦੇ ਸੀ ਕਿ ਮੇਰੀ ਜਿਹੜੀ ਵਿਧਵਾ ਪੈਨਸ਼ਨ ਲੱਗ ਜਾਏ। ਫਾਰਮ ਭਰਦੇ ਸੀ, ਹਰ ਵਾਰ ਜਿਹੜੇ ਫਾਰਮ ਨਕਾਮ ਹੋ ਜਾਂਦੇ ਸੀ, ਇਹਨਾਂ ਦੀ ਪੈਨਸ਼ਨ ਜਿਹੜੀ ਨਹੀਂ ਸੀ ਲੱਗਦੀ। ਜਦ ਲਗਾਤਾਰ ਚਰਚ ਆਉਂਦੇ ਸੀ ਪ੍ਰਭੂ ਦੇ ਦਾਸ ਘੋਸ਼ਣਾ ਕਰਦੇ ਸੀ ਕਿ ਤੁਹਾਡੇ ਲੰਬੇ ਸਮੇਂ ਦੇ ਰੁਕੇ ਕੰਮ ਪਾਉਣ ਵਾਸਤੇ ਜਾ ਰਹੇ ਸਿਸਟਰ ਰਿਸੀਵ ਕਰਦੇ ਰਹੇ। ਇਹਨਾਂ ਪ੍ਰਭੂ ਦੇ ਦਾਸਾਂ ਕੋਲੋਂ ਪ੍ਰਾਰਥਨਾ ਕਰਵਾਈ ਕਿ ਪ੍ਰਭੂ ਜੀ ਦਾਸ ਮੇਰੇ ਵਾਸਤੇ ਪ੍ਰਾਰਥਨਾ ਕਰੋ ਕਿ ਇਸ ਵਾਰ ਜਿਹੜੀ ਮੇਰੀ ਪੈਨਸ਼ਨ ਲੱਗ ਜਾਏ। ਪ੍ਰਭੂ ਦੇ ਦਾਸਾਂ ਨੇ ਕਿਹਾ ਕੋਈ ਗੱਲ ਨਹੀਂ ਸਿਸਟਰ, ਇਸ ਵਾਰ ਤੇਰੀ ਪੈਨਸ਼ਨ ਲੱਗ ਜਾਏਗੀ। ਜੋ ਪ੍ਰਭੂ ਦੇ ਦਾਸਾਂ ਨੇ ਬੋਲਿਆ ਵਹੀ ਹੋਇਆ। ਇਸ ਵਾਰ ਇਹਨਾਂ ਫਾਰਮ ਭਰੇ ਔਰ ਜਿਹੜੀ ਪੈਨਸ਼ਨ ਲੱਗ ਚੁੱਕੀ ਹੈ। ਇਸ ਮਹਾਨ ਕਿਰਪਾ ਵਾਸਤੇ ਆਪਣੇ ਦਾਸਾਂ ਦਾ ਔਰ ਆਪਣੇ ਪ੍ਰਭੂ ਜੀ ਦਾ ਦਿਲ ਤੋਂ ਧੰਨਵਾਦ ਕਰਦੇ। ਸਭ ਭੈਣ ਭਾਈ ਜੋਰਦਾਰ ਤਾਰੀਫ ਕਰਾਂਗੇ। महाअभिषेक आया महाअभिषेक महाअभिषेक आया महाअभिषेक 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 आया महाअभिषेक महाअभिषेक आया महाअभिषेक महाअभिषेक आया महाअभिषेक ਸਿਸਟਰ ਦਾ ਨਾਮ ਸੁਮਨ ਪਿੰਡ ਬੱਲ ਕਲਾ। ਸਿਸਟਰ ਦੇ ਜੀਵਨ ਦੀ ਗਵਾਹੀ ਕਿ 2
ਰਾਉਂਡ ਵਾਂਗੂ ਜੀ ਨੱਚੀ ਨੱਚ ਕੇ 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 ਯਿਸੂ ਦੀ ਮਹਿਮਾ ਗਾਵਾਂਗੇ ਗਾਵਾਂਗੇ ਯਿਸੂ ਦੀ ਮਹਿਮਾ ਗਾਵਾਂਗੇ ਗਾਵਾਂਗੇ ਰਾਉਂਡ ਵਾਂਗੂ ਜੀ ਨੱਚੀ ਨੱਚ ਕੇ ਰਾਉਂਡ ਵਾਂਗੂ ਜੀ ਨੱਚੀ ਨੱਚ ਕੇ ਰਾਉਂਡ ਵਾਂਗੂ ਜੀ ਨੱਚੀ ਨੱਚ ਕੇ ਰਾਉਂਡ ਵਾਂਗੂ ਜੀ ਨੱਚ ਨੱਚ ਕੇ ਹਾਲੇਲੂਇਆ ਸੁਣੋ ਸੁਣੋ ਖਾਂਸੀ ਠੀਕ ਹੋਈ ਲਿਆ ਐਡਾ ਵੱਡਾ ਕੰਮ ਹੋਇਆ ਬਚ ਗਏ ਕਿ ਨਹੀਂ ਤੇ ਤੁਸੀਂ ਨੱਚ ਨਹੀਂ ਰਹੇ ਜਿਹੜਾ ਵੀ ਗਵਾਹੀ ਦੇਣਾ ਤਾਂ ਪ੍ਰਭੂ ਫਿਕਰ ਆ ਕਰੋ ਕਿ ਸ਼ੈਤਾਨ ਸ਼ਰਮਿੰਦਾ ਹੁੰਦਾ ਉਹ ਤੁਹਾਡੇ ਚਿਹਰੇ ਤੇ 12 ਵਜੇਗਾ ਪਰ ਪ੍ਰਭੂ ਤੁਹਾਡੇ ਚਿਹਰੇ ਤੇ ਅਟਾ ਦੇਗਾ ਸਾਰੀਆਂ ਟੈਨਸ਼ਨਾਂ ਜਿਹੜੇ ਲੋਕ ਸੁਣਦੇ ਆ ਤਾਰੀਫ ਕਰੋ ਜ਼ੋਰ ਦੇ ਨਾਲ ਅਸੀਂ ਨੈਕਸਟ ਸਿਸਟਰ ਦਾ ਨਾਮ ਪੂਜਾ, ਬ੍ਰਦਰ ਦਾ ਨਾਮ ਰੌਣਕੀ। ਇਹਨਾਂ ਦੇ ਜੀਵਨ ਦੀ ਗਵਾਹੀ ਹੈ ਸ਼ਹਿਰ ਮਕਬੂਲਪੁਰਾ ਤੋਂ ਆਇਆ। ਇਹਨਾਂ ਦੇ ਜੀਵਨ ਦੀ ਗਵਾਹੀ ਕਿ 2 ਸਾਲ ਹੋ ਗਏ ਇਹਨਾਂ ਨੂੰ ਲਗਾਤਾਰ ਇਸ ਚਰਚ ਨਾਲ ਜੁੜੇ। ਪ੍ਰਭੂ ਜੀ ਨੇ ਇਹਨਾਂ ਨੂੰ ਬਹੁਤ ਸਾਰੀਆਂ ਆਸ਼ੀਆਂ ਦੇ ਨਾਲ ਬਲੈਸ ਕੀਤਾ। ਪਹਿਲਾਂ ਇਹਨਾਂ ਦੀ 1 ਮੰਜ਼ਿਲ ਸੀ, ਫਿਰ ਜਦ ਇਹਨਾਂ ਲਗਾਤਾਰ ਉਧਰ ਦੂਸਰੀ ਮੰਜ਼ਿਲ ਬਣੀ। ਹੁਣ ਪ੍ਰਭੂ ਜੀ ਨੇ ਇਹਨਾਂ ਨੂੰ ਤੀਸਰੀ ਮੰਜ਼ਿਲ ਦਾ ਇਹਨਾਂ ਦਾ ਲੈਂਟਰ ਪੈਣਾ ਸੀ। ਇਹ ਲੈਂਟਰ ਪੈਣ ਦੀ ਤਿਆਰੀ ਕਰ ਰਹੇ ਸੀ ਜਦ ਇਹ ਬ੍ਰਦਰ ਸਮਾਨ ਲੈਣ ਜਾਂਦੇ ਸੀ ਔਰ ਵਾਪਸ ਘਰੇ ਮੋੜ ਆਉਂਦੇ ਸੀ। ਪ੍ਰੋਬਲਮਾਂ ਆ ਰਹੀਆਂ ਸੀ ਸਿਸਟਰ ਦੇ ਮਨ ਵਿੱਚ। ਪ੍ਰਭੂ ਬਾਰ-ਬਾਰ ਪਾ ਰਹੇ ਸੀ ਕਿ ਆਪਣੇ ਦਾਸਾਂ ਨੂੰ ਘਰੇ ਬੁਲਾਓ, ਪ੍ਰਭੂ ਜੀ ਅੜੇ ਕੰਮ ਨੂੰ ਫਤਿਹ ਕਰਨਗੇ। ਇਹਨਾਂ ਪ੍ਰਭੂ ਦੇ ਦਾਸਾਂ ਨੂੰ ਘਰੇ ਬੁਲਾਇਆ। ਪ੍ਰਭੂ ਦੇ ਦਾਸਾਂ ਨੇ ਪ੍ਰਾਰਥਨਾ ਕੀਤੀ। ਉਸ ਪ੍ਰਾਰਥਨਾ ਦੇ ਦੌਰਾਨ ਪ੍ਰਭੂ ਜੀ ਨੇ ਜੋ ਰੁਕਾਵਟਾਂ ਪੈਂਦੀਆਂ ਸੀ ਉਹਨਾਂ ਤੋਂ ਇਹਨਾਂ ਨੂੰ ਛੁਟਕਾਰਾ ਦਿੱਤਾ ਔਰ ਪ੍ਰਭੂ ਜੀ ਨੇ ਇਹਨਾਂ ਦੀ ਤੀਸਰੀ ਮੰਜ਼ਿਲ ਦਾ ਲੈਂਟਰ ਪਵਾਇਆ। ਇਹਨਾਂ ਦਾਸਾਂ ਦੇ ਜਰੀਏ ਵਚਨਾਂ ਦੇ ਦੁਆਰਾ ਇਸ ਮਹਾਨ ਕਿਰਪਾ ਵਾਸਤੇ ਆਪਣੇ ਦਾਸਾਂ ਦਾ, ਆਪਣੇ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ। ਸਭ ਭੈਣ ਭਾਈ ਜੋਦਾ ਤਾਰੀਫ ਅਜੀ ਖੁਸ਼ੀ ਮੈਨੂੰ ਯਿਸੂ ਨੇ ਵਿਖਾਈਏ ਇਸੇ ਖੁਸ਼ੀ ਵਿੱਚ ਅੱਖ ਭਰੇ ਆਈਏ ਹਰ ਖੁਸ਼ੀ ਮੈਨੂੰ ਯਿਸੂ ਨੇ ਵਿਖਾਈਏ ਹਰ ਖੁਸ਼ੀ ਵਿੱਚ ਅੱਖ ਭਰੇ ਆਈਏ ਆਦੀ ਲੋਕਾਂ ਵਿੱਚ ਤੇਰੀ ਮੈਂ ਗਵਾਈਏ ਕਿ ਨੱਚਣੇ ਨੂੰ ਦਿਲ ਕਰੀਦਾ ਆਦੀ ਲੋਕਾਂ ਵਿੱਚ ਤੇਰੀ ਮੈਂ ਗਵਾਈਏ ਕਿ ਨੱਚਣੇ ਨੂੰ ਦਿਲ ਕਰੀਦਾ ਨੱਚਣੇ ਨੂੰ ਦਿਲ ਕਰੀਦਾ ਕਿ ਨੱਚਣੇ ਨੂੰ ਦਿਲ ਕਰੀਦਾ ਨੱਚਣੇ ਨੂੰ ਦਿਲ ਕਰੀਦਾ ਨੱਚਣੇ ਨੂੰ ਦਿਲ ਕਰੀਦਾ ਸਭੀ ਸੇ ਬੋਲੇ ਹਾਲੇਲੂਇਆ 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 ਦੂਸਰੀ ਗਵਾਹੀ ਇਹਨਾਂ ਦੇ ਜੀਵਨ ਦੀ ਇਹ ਹੈ ਕਿ ਇਹਨਾਂ ਦੇ ਪੇਕੇ ਪਿੰਡ ਮੰਮੀ ਇਹਨਾਂ ਦੇ ਬਹੁਤ ਜ਼ਿਆਦਾ ਬਿਮਾਰ ਸੀ। ਦੁਸ਼ਟ ਆਤਮਾਵਾਂ ਦੇ ਉਹਨਾਂ ਦੇ ਜੀਵਨ ਵਿੱਚ ਬਹੁਤ ਸਾਰੇ ਅਟੈਕ ਹੋ ਰਹੇ ਸੀ। ਇਹ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਪਰ ਹਸਪੀਟਲ ਵਿੱਚ ਉਹਨਾਂ ਨੂੰ ਐਡਮਿਟ ਨਹੀਂ ਕੀਤਾ। ਨਾ ਪ੍ਰਭੂ ਦੇ ਦਾਸਾਂ ਕੋਲੋਂ ਪ੍ਰਾਰਥਨਾ ਕਰਵਾਈ ਕਿਉਂਕਿ ਜਿਹੜਾ ਅਟੈਕ ਸੀ ਉਹ ਦੁਸ਼ਟ ਆਤਮਾਵਾਂ ਦੇ ਸੀ। ਜਿਸ ਤਰ੍ਹਾਂ ਪ੍ਰਭੂ ਦੇ ਦਾਸ ਸੀ ਕਹਿੰਦੇ ਕਿ ਕੋਈ ਵੀ ਮੁਸ਼ਕਲ ਆਉਂਦੀ ਹੈ ਵਚਨ ਪੜੋ ਤੁਸੀਂ ਆਜ਼ਾਦ ਹੋ ਜਾਓਗੇ। ਸਿਸਟਰ ਦੇ ਮਨ ਵਿੱਚ ਪ੍ਰਭੂ ਨੇ ਪਾਇਆ ਨਾ ਲਗਾਤਾਰ 12 ਤੋਂ ਲੈ ਕੇ 3 ਵਜੇ ਤੱਕ ਪ੍ਰਾਰਥਨਾ ਕੀਤੀ, ਵਚਨ ਪੜੇ। ਪ੍ਰਭੂ ਜੀ ਨੇ ਇਹਨਾਂ ਦੀ ਮੰਮੀ ਨੂੰ ਉਸ ਜਗ੍ਹਾ ਤੇ ਕਾਮਿਲ ਸ਼ਿਫਾ ਦਿੱਤੀ, ਦੁਸ਼ਟ ਆਤਮਾ ਤੋਂ ਆਜ਼ਾਦ ਕੀਤਾ। ਹੁਣ ਉਹ ਬਿਲਕੁਲ ਫ੍ਰੀ ਹਨ। ਸਾਰੇ ਟੈਸਟ ਰਿਪੋਰਟਾਂ ਨਾਰਮਲ ਆਏ। ਇਸ ਮਹਾਨ ਕਿਰਪਾ ਵਾਸਤੇ ਆਪਣੇ ਦਾਸਾਂ ਦਾ, ਆਪਣੇ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ। ਸਭ ਭੈਣ ਭਾਈ ਜੀ ਦਾ ਤਾਰੀਫ ਕਰਦੇ। ਆਮੀਨ। ਜਿੱਤ ਮੇਰੀ ਏ ਜਿੱਤ ਮੇਰੀ ਏ ਯਿਸੂ ਨਾਮ ਵਿੱਚ ਹੋਣੀ ਜਿੱਤ ਮੇਰੀ ਏ ਜਿੱਤ ਮੇਰੀ ਏ ਜਿੱਤ ਮੇਰੀ ਏ ਯਿਸੂ ਨਾਮ ਵਿੱਚ ਹੋਣੀ ਜਿੱਤ ਮੇਰੀ ਏ ਜਿੱਤ ਮੇਰੀ ਏ ਜਿੱਤ ਮੇਰੀ ਏ ਯਿਸੂ ਨਾਮ ਵਿੱਚ ਹੋਣੀ ਜਿੱਤ ਮੇਰੀ ਏ ਜਿੱਤ ਮੇਰੀ ਏ ਜਿੱਤ ਮੇਰੀ ਏ ਯਿਸੂ ਨਾਮ ਵਿੱਚ ਹੋਣੀ ਜਿੱਤ ਮੇਰੀ ਏ ਜਿੱਤ ਮੇਰੀ ਏ ਜਿੱਤ ਮੇਰੀ ਏ ਆਇਓ ਇਕਲੇਸ਼ ਨਾਲ ਜਾਮ ਸੀ ਦੀ ਸੰਤਾਂ ਨੂੰ ਜਾਮ ਸੀ ਹਾਲੇਲੂਇਆ 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 ਥੈਂਕ ਯੂ ਜੀਸਸ ਕਿੰਨੇ ਖੁਸ਼ ਆ ਕਿੰਨੇ ਖੁਸ਼ ਆ ਜ਼ੋਰ ਦੀ ਤਾਰੀਫ ਕਰੋ ਜ਼ੋਰ ਦੇ ਨਾਲ ਜ਼ੋਰ ਦੇ ਨਾਲ ਬ੍ਰਦਰ ਦਾ ਨਾਮ ਬਲਕਾਰ ਸਿੰਘ, ਪਿੰਡ ਅਦਲੀਵਾਲ ਤੋਂ ਆਏ। ਇਹਨਾਂ ਦੇ ਜੀਵਨ ਦੀ ਗਵਾਹੀ ਕਿ ਇਹਨਾਂ ਦੇ ਬੇਟੇ ਨੂੰ 5 ਦਿਨ ਤੋਂ ਲਗਾਤਾਰ ਬੁਖਾਰ ਚੜ ਰਿਹਾ ਸੀ। ਦਵਾਈ ਲੈ ਰਹੇ ਸੀ ਪਰ ਕੋਈ ਵੀ ਫਰਕ ਜਿਹੜਾ ਨਹੀਂ ਸੀ ਪੈ ਰਿਹਾ। ਲਗਾਤਾਰ ਉਹਨੂੰ ਬੇਟੇ ਨੂੰ
ਨਾਲ ਹੀ ਰਹੇ ਬੈਠ ਜਾਓ। ਸੀ ਪਰ ਕੋਈ ਵੀ ਆਰਾਮ ਨਹੀਂ ਸੀ ਆ ਰਿਹਾ ਨਾ ਫੋਨ ਤੇ ਪ੍ਰਭੂ ਦੇ ਦਾਸਾਂ ਕੋਲੋਂ ਪ੍ਰਾਰਥਨਾ ਕੀ ਕਰਵਾਈ ਔਰ ਆਪ ਲਗਾਤਾਰ ਵਚਨ ਬੇਟੇ ਦੇ ਲਾਗੇ ਬੈਠ ਕੇ ਪੜੇ ਪ੍ਰਭੂ ਜੀ ਨੇ 5 ਦਿਨ ਤੋਂ ਜੋ ਉਹਨੂੰ ਬੁਖਾਰ ਸੀ ਉਹ ਤੋਂ ਛੁਟਕਾਰਾ ਦਿੱਤਾ ਇਸ ਮਹਾਨ ਕਿਰਪਾ ਵਾਸਤੇ ਆਪਣੇ ਦਾਸਾਂ ਦਾ ਆਪਣੇ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਸਭ ਭੈਣ ਭਾਈ ਜੋ ਦਾ ਤਾਰੀਫ ਕਰਾਂਗੇ ਆਮੀਨ ਨਾ ਕਦੀ ਪਹਿਲੀ ਵਾਰ ਕਿਸੇ ਗੱਲ ਦੀ ਉਹ ਰੱਖਦਾ ਕਦੇ ਨਹੀਂ ਕਦੀ ਪੱਲੀ ਨਾ ਕਦੀ ਪਹਿਲੀ ਵਾਰ ਕਿਸੇ ਗੱਲ ਦੀ ਉਹ ਰੱਖਦਾ ਕਦੇ ਨਹੀਂ ਕਦੀ ਪੱਲੀ ਨਾ ਕਦੀ ਪਹਿਲੀ ਵਾਰ ਕਿਸੇ ਗੱਲ ਦੀ ਉਹ ਰੱਖਦਾ ਕਦੇ ਨਹੀਂ ਕਦੀ ਪੱਲੀ ਉਹ ਰੱਖਦਾ ਕਦੇ ਨਹੀਂ ਕਦੀ ਪੱਲੀ ਉਹ ਰੱਖਦਾ ਕਦੇ ਨਹੀਂ ਕਦੀ ਪੱਲੀ ਤਾਰੀਫ ਕਰੋ ਜ਼ੋਰ ਦੇ ਨਾਲ ਹਾਂ ਨੈਕਸਟ ਮਾਹੌਲ ਬਣਾ ਕੇ ਰੱਖੋ ਜਰਾ ਸਿਸਟਰ ਦਾ ਨਾਮ ਦਰਸ਼ਨਾ ਪਿੰਡ ਨਾਗ ਕਲਾ ਇਹਨਾਂ ਦੇ ਜੀਵਨ ਦੀ ਗਵਾਹੀ ਕਿ 2-2.5 ਮਹੀਨੇ ਹੋ ਗਏ ਇਹਨਾਂ ਨੂੰ ਟਾਈਫਾਈਡ ਬੁਖਾਰ ਰਹਿੰਦਾ ਸੀ ਪੂਰਾ ਸਰੀਰ ਦੁਖਦਾ ਸੀ ਟਾਈਫਾਈਡ ਦੇ ਦੌਰਾਨ ਇਹਨਾਂ ਦੇ ਸੈੱਲ ਵੀ ਬਹੁਤ ਜ਼ਿਆਦਾ ਘਟੇ ਸੀ ਪੂਰੀ ਬਾਡੀ ਇਹਨਾਂ ਦੀ ਦਰਦ ਕਰਦੀ ਸੀ ਕਾਰਨ ਸੀ ਕਿ ਇਹ ਬੰਦਗੀ ਤੇ ਬਹੁਤ ਘੱਟ ਆਉਂਦੇ ਸੀ ਨੇਮ ਟੁੱਟੇ ਸੀ ਪ੍ਰਭੂ ਦੇ ਦਾਸ ਵੀ ਇਹਨਾਂ ਦੇ ਘਰ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੇ ਘਰ ਵਿੱਚ ਨਹੀਂ ਸੀ ਗਏ ਜਿਸ ਕਾਰਨ ਬਹੁਤ ਸਾਰੀਆਂ ਪ੍ਰੋਬਲਮਾਂ ਸੀ ਪੂਰੀ ਫੈਮਿਲੀ ਬਿਮਾਰ ਰਹਿੰਦੀ ਸੀ ਲੜਾਈ ਝਗੜਾ ਰਹਿੰਦਾ ਸੀ ਬਹੁਤ ਪਰੇਸ਼ਾਨ ਸੀ ਫਿਰ 15 ਦਿਨ ਪਹਿਲਾਂ ਇਹਨਾਂ ਪ੍ਰਭੂ ਦੇ ਦਾਸਾਂ ਨੂੰ ਆਪਣੇ ਘਰੇ ਬੁਲਾਇਆ ਇਕਰਾਰ ਕੀਤਾ ਮਾਫੀ ਮੰਗੀ ਲਗਾਤਾਰ ਬੰਦਗੀ ਤੇ ਆਉਣਾ ਸ਼ੁਰੂ ਕੀਤਾ ਜਦ ਰਾਤ ਦੀਆਂ ਮੀਟਿੰਗਾਂ ਹੁੰਦੀਆਂ ਸੀ ਲਗਾਤਾਰ ਰਾਤ ਦੀਆਂ ਮੀਟਿੰਗਾਂ ਅਟੈਂਡ ਕਰਦੇ ਰਹੇ ਜੋ 2-2.5 ਮਹੀਨੇ ਤੋਂ ਇਹਨਾਂ ਦੀ ਪੂਰੀ ਬੋਡੀ ਦਰਦ ਕਰਦੀ ਸੀ ਟਾਈਫਾਈਡ ਬੁਖਾਰ ਸੀ ਉਹ ਤੋਂ 15 ਦਿਨ ਪਹਿਲਾਂ ਪ੍ਰਭੂ ਜੀ ਨੇ ਇਹਨਾਂ ਨੂੰ ਛੁਟਕਾਰਾ ਦਿੱਤਾ ਦਾਸਾਂ ਦੇ ਦੁਆਰਾ ਵਚਨਾਂ ਦੇ ਦੁਆਰਾ ਇਹਨਾਂ ਨੇ ਨੇਮ ਬੱਧਾ ਮਾਫੀ ਮੰਗੀ ਉਸੇ ਟਾਈਮ ਪ੍ਰਭੂ ਨੇ ਇਹਨਾਂ ਨੂੰ ਛੂ ਕੇ ਕਾਮਿਲ ਸ਼ਿਫਾ ਦਿੱਤੀ ਹੁਣ ਕਾਫੀ ਦਿਨ ਹੋ ਚੁੱਕਿਆ ਬਿਲਕੁਲ ਆਜ਼ਾਦ ਹਨ ਨਾ ਟਾਈਫਾਈਡ ਹੈ ਨਾ ਦਰਦਾਂ ਹਨ ਇਸ ਮਹਾਨ ਕਿਰਪਾ ਵਾਸਤੇ ਆਪਣੇ ਦਾਸਾਂ ਦਾ ਆਪਣੇ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਸਭ ਭੈਣ ਭਾਈ ਜੋ ਦਾ ਤਾਰੀਫ ਕਰਾਂਗੇ ਆਮੀਨ ਮੈਨੂੰ ਪਰਦੇ ਰੂਹ ਦੇ ਨਾਲ ਰੂ ਨਾਲੀ ਪਦੀ ਦੇ ਉਹ ਮੈਨੂੰ ਪਰੀ ਦੇ ਰੂ ਦੇ ਨਾਲ ਰੂ ਨਾਲੀ ਪਰੀ ਦੇ ਮੈਨੂੰ ਪਰਦੇ ਰੂਹ ਦੇ ਨਾਲ ਰੂ ਨਾਲੀ ਪਦੀ ਦੇ ਮੈਨੂੰ ਪਰੀ ਦੇ ਰੂ ਦੇ ਨਾਲ ਰੂ ਨਾਲੀ ਪਰੀ ਦੇ ਹਾਂ ਨੈਕਸਟ ਜਲਦੀ ਜਲਦੀ ਕੋਈ ਆ ਬ੍ਰਦਰ ਦਾ ਨਾਮ ਕੁਲਵੰਤ ਸਿੰਘ ਸਿਸਟਰ ਦਾ ਨਾਮ ਰਾਜਵੀਰ ਕੌਰੇ ਪਿੰਡ ਵੇਕੀਵਾਲ ਤੋਂ ਹੈ ਇਹਨਾਂ ਦੇ ਜੀਵਨ ਦੀ ਗਵਾਹੀ ਕਿ 1 ਸਾਲ ਪਹਿਲਾਂ ਇਹਨਾਂ ਇਸ ਮਿਨਿਸਟਰੀ ਵਿੱਚ ਆਉਣਾ ਸ਼ੁਰੂ ਕੀਤਾ ਸੀ ਉਦੋਂ ਇਹਨਾਂ ਦੇ ਦੁਸ਼ਟ ਆਤਮਾਵਾਂ ਦੇ ਇਹਨਾਂ ਦੇ ਜੀਵਨ ਵਿੱਚ ਬਹੁਤ ਸਾਰੇ ਅਟੈਕ ਹੁੰਦੇ ਸੀ ਕੁਝ ਸਮਾਂ ਬਹੁਤ ਵਧੀਆ ਚੱਲੇ ਲਗਾਤਾਰ ਚਰਚ ਆਉਂਦੇ ਰਹੇ ਪ੍ਰਾਰਥਨਾ ਕਰਦੇ ਰਹੇ ਵਚਨ ਪੜ੍ਹਦੇ ਰਹੇ ਪ੍ਰਭੂ ਜੀ ਨੇ ਇਹਨਾਂ ਨੂੰ ਦੁਸ਼ਟ ਆਤਮਾ ਦੇ ਅਟੈਕ ਤੋਂ ਛੁਟਕਾਰਾ ਦਿੱਤਾ ਸੀ ਬ੍ਰਦਰ ਦੇ ਲੱਕ ਵਿੱਚ ਦਰਦ ਰਹਿੰਦੀ ਸੀ ਸਿਰ ਭਾਰਾ ਰਹਿੰਦਾ ਸੀ ਲੱਤਾਂ ਵਿੱਚ ਦਰਦ ਸੀ ਬਹੁਤ ਸਾਰੀਆਂ ਪ੍ਰੋਬਲਮਾਂ ਘਰ ਵਿੱਚ ਸੀ ਵੀ ਸੀ ਛੋਟੇ ਬੱਚਿਆਂ ਦੇ ਵਿੱਚ ਵੀ ਦੁਸ਼ਟ ਆਤਮਾ ਅਟੈਕ ਕਰਦਾ ਸੀ ਜਦ ਲਗਾਤਾਰ ਚੱਲਦੇ ਰਹੇ ਬਹੁਤ ਵਧੀਆ ਰਹੇ ਕੁਝ ਸਮਾਂ ਬਾਅਦ ਇਹ ਫਿਰ ਇਹਨਾਂ ਚਰਚ ਆਉਣਾ ਬੰਦ ਕਰ ਦਿੱਤਾ ਪ੍ਰਾਰਥਨਾ ਬੰਦ ਕਰ ਦਿੱਤੀ ਵਚਨ ਪੜ੍ਹਨੇ ਬੰਦ ਕਰ ਦਿੱਤੇ ਕਿਸੇ ਦੇ ਆਖੇ ਲਾ ਕੇ ਨਾ ਫਿਰ ਸ਼ਰਾਬ ਦਾ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਜਦ ਇਹਨਾਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ ਆਈਆਂ ਪ੍ਰਭੂ ਦੇ ਦਾਸ ਇਹਨਾਂ ਦੇ ਘਰੇ ਗਏ ਪ੍ਰਭੂ ਦੇ ਦਾਸਾਂ ਨੇ ਇਹਨਾਂ ਨੂੰ ਵਚਨਾਂ ਦੇ ਦੁਆਰਾ ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਇਆ ਪ੍ਰਭੂ ਜੀ ਨੇ ਉਸੇ ਵਕਤ ਇਹਨਾਂ ਦੇ ਮਨ ਨੂੰ ਬਦਲਿਆ ਇੱਕ ਹਫ਼ਤਾ ਬਾਅਦ ਇਹਨਾਂ ਨੇ ਇਕਰਾਰ ਕੀਤਾ ਮਾਫੀ ਮੰਗੀ ਉਸੇ ਦਾ ਦੁਬਾਰਾ ਚੱਲਣਾ ਸ਼ੁਰੂ ਕੀਤਾ 12 ਤੋਂ 2 ਦਿਨ ਲਗਾਤਾਰ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਵਚਨ ਪੜ੍ਹਨੇ ਸ਼ੁਰੂ ਕੀਤੇ ਜੋ ਸ਼ਰਾਬ ਦਾ ਨਸ਼ਾ ਕਰਦੇ ਸੀ ਉਹ ਤੋਂ ਛੁਟਕਾਰਾ ਦਿੱਤਾ ਪ੍ਰਭੂ ਜੀ ਨੇ ਔਰ ਦਰਦਾਂ ਤੋਂ ਛੁਟਕਾਰਾ ਦਿੱਤਾ ਇਸ ਮਹਾਨ ਕਿਰਪਾ ਵਾਸਤੇ ਆਪਣੇ ਦਾਸਾਂ ਦਾ ਆਪਣੇ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਸਭ ਭੈਣ ਭਾਈ ਜੋ ਦਾ ਤਾਰੀਫ ਕਰਾਂਗੇ ਆਮੀਨ ਔਰ ਇੱਕ ਦੂਸਰੀ ਗਵਾਹੀ ਇਹਨਾਂ ਦੇ ਜੀਵਨ ਦੀ ਹੈ ਕਿ ਇਹਨਾਂ ਦੇ ਕੋਲ ਮੋਟਰਸਾਈਕਲ ਪੁਰਾਣਾ ਸੀ ਇਹ ਮੋਟਰਸਾਈਕਲ ਲੈਣਾ ਚਾਹੁੰਦਾ ਸੀ ਬਦਲਣਾ ਚਾਹੁੰਦਾ ਸੀ ਪਰ ਬਹੁਤ ਸਾਰੀਆਂ ਪ੍ਰੋਬਲਮਾਂ ਆ ਰਹੀਆਂ ਜਦ ਇਹਨਾਂ ਵਿਸ਼ਾ ਰੱਖ ਕੇ ਉਸ ਚੀਜ਼ ਵਾਸਤੇ ਵੀ ਪ੍ਰਾਰਥਨਾ ਕੀਤੀ ਤੇ ਪ੍ਰਭੂ ਜੀ ਨੇ ਉਸ ਬੰਧਨ ਨੂੰ ਤੋੜਿਆ ਇਹਨਾਂ ਨੂੰ ਮੋਟਰਸਾਈਕਲ ਦੇ ਨਾਲ ਬਲੈਸ ਕੀਤਾ ਔਰ ਹੁਣ ਬਹੁਤ ਵਧੀਆ ਹਨ ਨਾ ਤਾਂ ਸ਼ੱਕ ਕਰਦੇ ਇੱਕ ਦੂਜੇ ਤੇ ਨਾ ਲੜਾਈ ਝਗੜਾ ਆ ਨਾ ਹੀ ਉਹ ਨਸ਼ਾ ਕਰਦੇ
ਜਦੋਂ ਆਨੰਦ ਯਿਸੂ ਨੇ ਜਾਵੇ ਨਾ ਕਿਸੇ ਤੋਂ ਖੋਇਆ ਦਿੱਤਾ ਜੋ ਆਨੰਦ ਯਿਸੂ ਨੇ ਜਾਵੇ ਨਾ ਕਿਸੇ ਤੋਂ ਖੋਇਆ ਦਿੱਤਾ ਜੋ ਆਨੰਦ ਯਿਸੂ ਨੇ ਜਾਵੇ ਨਾ ਕਿਸੇ ਤੋਂ ਖੋਇਆ ਦਿੱਤਾ ਜੋ ਆਨੰਦ ਸਭ ਕਲੀਸਿਆ ਜੋ ਕਿ ਪ੍ਰਭੂ ਦੇ ਇਸ ਮਹਾਨ ਕਿਰਪਾ ਵਾਸਤੇ ਸਿਸਟਰ ਦਾ ਨਾਮ ਸਿਮਰਜੀਤ ਕੌਰ, ਪਿੰਡ ਨਵੇਂ ਨਾਗ। ਇਹਨਾਂ ਦੇ ਜੀਵਨ ਦੀ ਗਵਾਹੀ ਕਿ ਇਹਨਾਂ ਦੀ ਬੇਟੀ ਦਾ ਜਦ ਲਗਾਤਾਰ ਚਰਚ ਆਉਂਦੇ ਸੀ, ਇਹਨਾਂ ਦੀ ਬੇਟੀ ਦਾ ਜਿਹੜਾ ਰਿਸ਼ਤਾ ਸੀ ਉਹਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਪੈਂਦੀਆਂ ਸੀ। 3-4 ਰਿਸ਼ਤੇ ਇਹਨਾਂ ਵੇਖੇ ਸੀ ਪਰ ਹਰ ਵਾਰ ਨਾ ਹੋ ਜਾਂਦੀ ਸੀ। ਜਦ ਲਗਾਤਾਰ ਚਰਚ ਆਉਂਦੇ ਪ੍ਰਭੂ ਦੇ ਦਾਸ ਘੋਸ਼ਣਾ ਕਰਦੇ ਸੀ ਕਿ ਤੁਹਾਡੇ ਈਸ਼ਵਰੀ ਰਿਸ਼ਤੇ ਮਿਲਣ ਵਾਸਤੇ ਜਾ ਰਹੇ। ਸਿਸਟਰ ਰਿਸੀਵ ਕਰਦੇ ਰਹੇ। ਪ੍ਰਭੂ ਦੇ ਦਾਸ ਲੈ ਹੈਂਡ ਪ੍ਰਾਰਥਨਾ ਕਰਦੇ, ਹੈਂਡ ਪ੍ਰੇਅਰ ਦੇ ਦੁਆਰਾ ਪ੍ਰਭੂ ਜੀ ਨੇ ਉਸ ਰਿਸ਼ਤੇ ਦੇ ਬੰਧਨ ਨੂੰ ਜੋ ਰੁਕਾਵਟ ਸੀ ਤੋੜਿਆ। ਇਸ ਵਾਰ ਪ੍ਰਭੂ ਜੀ ਨੇ ਇਹਨਾਂ ਦਾਸਾਂ ਦੇ ਦੁਆਰਾ, ਵਚਨਾਂ ਦੇ ਦੁਆਰਾ ਸਿਸਟਰ ਦੀ ਬੇਟੀ ਨੂੰ ਵਧੀਆ ਰਿਸ਼ਤੇ ਦੇ ਨਾਲ ਬਲੈਸ ਕੀਤਾ ਹੈ। ਪ੍ਰਭੂ ਨੂੰ ਮੰਨਦੇ ਹਨ। ਇਸ ਮਹਾਨ ਕਿਰਪਾ ਵਾਸਤੇ ਆਪਣੇ ਦਾਸਾਂ ਦਾ, ਆਪਣੇ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ। ਸਭ ਭੈਣ ਭਾਈ ਜੋਰਦਾਰ ਤਾਰੀਫ ਕਰਾਂਗੇ। ਆਮੀਨ। बड़ी खुशी में यीशु ने वफाई है, इसे खुशी खुशी आंखें भर आई है। बड़ी खुशी में यीशु ने वफाई है, इसे खुशी खुशी आंखें भर आई है। अभी लकार से मेरी वफाई है, के बचने रुके निकालना। अभी लकार से मेरी वफाई है, के बचने रुके निकालना। के बचने रुके निकालना, के बचने रुके निकालना। ਹਾਲੇਲੂਇਆ। ਰੁਕ ਜਾ ਬੈਠੋ। ਸ਼ੈਤਾਨ ਦੇ ਮੂੰਹ ਤੇ ਏਡਾ ਤਗੜਾ ਥੱਪੜ ਵੱਜਾ ਤਾਂ ਭੈਣਾ ਐਵੇਂ ਜਿਹਦਾ ਘਾਟਾ ਪਿਆ ਹੁੰਦਾ ਕਿਸੇ ਚੀਜ਼ ਦੇ ਵਿੱਚੋਂ। ਘਾਟਾ ਪਿਆ ਕੇ ਵਾਧਾ ਆ? ਪ੍ਰਭੂ ਨੇ ਚੰਗਾ ਕੀਤਾ ਕਿ ਮਾੜਾ ਕੀਤਾ? ਤੁਸੀਂ ਅੱਛਾ ਚੰਪ ਮਾਰਿਆ ਕਰੋ। ਵੇਖੋ ਪ੍ਰਭੂ ਨੇ ਕਿੰਨੇ ਸਾਲ ਦਾ ਬੰਧਨ ਤੋੜਿਆ। ਛੋਟੀ ਜੀ ਗੱਲ ਆ। ਕਿੰਨੇ ਚਿਰ ਦੂਰ ਕਰ ਰਹੇ ਸੀ? ਇੱਕ ਮੈਕ ਦੋ ਇਹਨਾਂ ਨਾਲ ਮੇਰੀ ਗੱਲ ਕਰੋ। ਇੱਕ ਮਿੰਟ ਮੈਕ ਦੀ ਆ ਮੈਕ ਦੋ ਜਰਾ। ਕਿੰਨੀ ਦੇਰ ਤੋਂ ਨਹੀਂ ਸੀ ਰਿਸ਼ਤਾ ਹੋ ਰਿਹਾ? 5-6 ਮਹੀਨੇ ਨਹੀਂ ਤੁਸੀਂ ਰਿਸ਼ਤਾ ਕਿੰਨੇ ਚਿਰ ਤੋਂ ਵੇਖ ਰਹੇ ਸੀ? ਕਦੋਂ ਤੋਂ ਮੰਗਣਾ ਚਾਹੁੰਦੇ ਸੀ ਬੇਟੀ ਨੂੰ ਪਰ ਬਾਰ-ਬਾਰ ਰਿਜੈਕਟ ਹੋ ਜਾਂਦੇ, ਰਿਸ਼ਤੇ ਨਹੀਂ ਹੁੰਦੇ? ਕਿੰਨੀ ਦੇਰ? 3-4 ਵਾਰੀ। ਤੁਸੀਂ 3-4 ਰਿਸ਼ਤੇ ਵੇਖੇ ਨਹੀਂ ਹੋਏ? ਉਸ ਤੋਂ ਬਾਅਦ ਤੁਸੀਂ ਲਗਾਤਾਰ ਚਰਚ ਆਉਂਦੇ ਰਹੇ। ਜਦੋਂ ਪ੍ਰਭੂ ਦੇ ਦਾਸ ਬੋਲਦੇ ਕਿ ਜੋ ਤੁਹਾਡੇ ਕੰਮ ਰੁਕੇ ਹੋਣ ਵਾਸਤੇ ਜਾ ਰਹੇ ਆ, ਉਹ ਰਿਸ਼ਤਾ ਹੋ ਸਕਦਾ ਵਾ, ਉਹ ਘਰ ਹੋ ਸਕਦਾ ਵਾ, ਉਹ ਤੁਹਾਡੀ ਸਿਹਤ ਹੋ ਸਕਦੀ ਆ, ਉਹ ਤੁਹਾਡਾ ਬਿਜ਼ਨਸ ਹੋ ਸਕਦਾ, ਉਹ ਤੁਹਾਡੀ ਸੇਵਕਾਈ ਵੀ ਹੋ ਸਕਦੀ ਆ। ਰਿਸ਼ਤਾ ਮੰਗਿਆ ਹੁੰਦਾ। ਤੁਸੀਂ ਰਿਸ਼ਤਾ ਮੰਗਿਆ ਔਰ ਖੁਦਾ ਨੇ ਕਰਤਾ ਨਾ। ਜਦੋਂ ਪ੍ਰਭੂ ਦੇ ਦਾਸ ਇਸ ਜਗ੍ਹਾ ਤੇ ਬੋਲਦੇ ਤੁਸੀਂ ਕੀ ਕਰਦੇ ਹੁੰਦੇ ਸੀ ਜਦੋਂ ਆਵਾਜ਼ ਆਉਂਦੀ? ਮੈਂ ਰਿਸੀਵ ਕਰਦੀ ਹਾਂ। ਤੁਸੀਂ ਰਿਸੀਵ ਕਰਦੇ ਆਮੀਨ ਬੋਲ ਕੇ ਆਪਣੀ ਬੇਟੀ ਵਾਸਤੇ। ਫਿਰ ਹੋਰ ਕੀ ਕੀਤਾ ਤੁਸੀਂ ਉਸ ਤੋਂ ਇਲਾਵਾ ਜੋ ਪ੍ਰਭੂ ਦੇ ਦਾਸ ਹੋਰ ਵੀ ਕੁਝ ਕਰਨ ਵਾਸਤੇ ਬੋਲਦੇ? ਵਚਨ ਪੜ੍ਹਦੇ ਹਾਂ। ਵਚਨ ਪੜ੍ਹਦੇ ਸੀ। ਵਚਨ ਪੜ੍ਹ ਕੇ ਕਿਸ ਤਰ੍ਹਾਂ ਵਚਨ ਪੜ੍ਹਦੇ? ਕਿੱਦਾਂ ਕੀ ਕਰਦੇ ਸੀ? ਵਿਸ਼ਾ ਰੱਖਦੇ ਜਾਂ ਕਿੱਦਾਂ? ਜਦ ਮੈਰਿਜ ਦਾ ਵਿਸ਼ਾ ਰੱਖਦੇ ਸੀ ਪ੍ਰਭੂ ਇਹ ਰੁਕਿਆ ਕੰਮ ਆ ਤਾਂ ਉਹਦੇ ਵਾਸਤੇ ਕਿਹੜਾ ਜ਼ਬੂਰ ਪੜ੍ਹਦੇ? ਜ਼ਬੂਰ ਪੜ੍ਹਦੇ ਕੀ ਕਰਦੇ? 91 ਜ਼ਬੂਰ ਪੜ੍ਹਦੇ। 91 ਤੇ 21 ਜਿਹੜੇ ਸਾਰੇ ਜ਼ਬੂਰ। 12 ਤੋਂ 2 ਦੀ ਪ੍ਰੇਅਰ ਕਰਦੇ? ਨਹੀਂ 12 ਤੋਂ 2 ਦੀ ਪ੍ਰੇਅਰ। ਕਿਹੜੀ ਪ੍ਰੇਅਰ ਵਿੱਚ? ਸੁਬਾ ਕਿੰਨਾ ਚਿਰ ਕਰਦੇ ਪ੍ਰੇਅਰ? ਆਈਡੀਆ 1 ਘੰਟਾ 6 ਤੋਂ 7 ਵਜੇ ਤੱਕ ਹੀ ਪੜ੍ਹਦੀ ਹਾਂ। 1 ਘੰਟਾ 6 ਤੋਂ 7 ਸਵੇਰ ਮਾਰਨਿੰਗ। ਹਾਂਜੀ ਸਵੇਰ। ਉਸ ਤੋਂ ਬਾਅਦ ਦੁਪਹਿਰੇ ਨਹੀਂ ਕਰਦੇ? ਸ਼ਾਮੀ ਸ਼ਾਮ ਨੂੰ ਨਹੀਂ। ਇੱਕੋ ਟਾਈਮ ਹੀ ਬਸ 1 ਘੰਟਾ ਹੀ। 1 ਘੰਟੇ ਨੇ ਨਾ ਕੰਮ। 1 ਹੀ ਘੰਟਾ ਸਵੇਰੇ ਟਾਈਮ। ਦੁਪਹਿਰੇ ਨਹੀਂ ਕਰਦੇ? ਫਿਰ ਸ਼ਾਮੀ ਨਹੀਂ? ਰਾਤ ਨੂੰ ਨਾਈਟ ਸੌਣ ਲੱਗੇ ਨਹੀਂ ਕਰਦੇ? ਬਾਅਦ ਨਹੀਂ ਸੌਣ ਲੱਗੇ। ਇੱਕ ਵਾਰੀ ਹਾਂਜੀ। ਵੇਲੋ 1 ਘੰਟੇ ਨੇ ਨਾ ਕਮਾ ਲੋਗੇ। ਜੇ 3 ਘੰਟੇ 3 ਟਾਈਮ ਕਰਦੇ ਤੇ ਫਿਰ ਬਹੁਤਾ ਕਮਾਲ ਹੋ ਜਾਣਾ ਸੀ। ਸਭ ਤਾਰੀਫ ਕਰੋ ਜ਼ੋਰ ਦੇ ਨਾਲ। ਤੁਸੀਂ 3 ਘੰਟੇ ਕਰਨੀ, ਤੁਸੀਂ ਨਹੀਂ ਕਹਿਣਾ ਵੀ ਹੁਣ ਅਸੀਂ ਵੀ 1 ਘੰਟਾ ਕਰਕੇ ਸੌਂ ਜਾਈਏ। ਦੇਖੋ ਜਿੰਨਾ ਉਹਨਾਂ ਪਿਆਰ ਬਣਾਓਗੇ ਉਹਨਾਂ ਤੁਹਾਡੇ ਨਾਲ ਪਿਆਰ ਕੀ ਹੈ। ਤਾਰੀਫ ਕਰੋ ਜ਼ੋਰ ਦੇ ਨਾਲ। ਵੈਰੀ ਗੁੱਡ। ਹਾਂਜੀ ਹਾਂਜੀ। ਹਾਲੇਲੂਇਆ। ਹਾਲੇਲੂਇਆ। ਮੇਰਾ ਨਾਮ ਕਿਰਨ, ਮੇਰੀ ਸਿਸਟਰ ਦਾ ਨਾਮ ਗਲੋਰੀਆ।
ਕਿ ਇਹਦੀ ਮਤਲਬ ਇਹਦੀ 10th ਹੋ ਗਈ ਆ ਤੇ ਇਹਦੀ ਐਡਮਿਸ਼ਨ ਨਹੀਂ ਹੁੰਦੀ ਪਈ ਸੀ। ਐਡਮਿਸ਼ਨਾਂ ਸਕੂਲਾਂ ਵਿੱਚ ਬੰਦ ਹੋ ਗਈਆਂ ਸੀ। +1 ਚ ਨੇ ਐਡਮਿਸ਼ਨ ਲੈਣੀ ਸੀ ਤੇ ਐਡਮਿਸ਼ਨਾਂ ਬੰਦ ਹੋ ਗਈਆਂ। ਕਾਫੀ ਸਕੂਲਾਂ 'ਚ ਪਤਾ ਕੀਤਾ, ਨਾਕਲਾਂ ਵਾਲੇ ਸਕੂਲ 'ਚ ਵੀ ਪਤਾ ਕੀਤਾ, ਕਹਿੰਦੇ ਬੰਦ ਹੋ ਗਈਆਂ ਵਾ ਕਿਉਂਕਿ ਉਹਨਾਂ ਨੇ ਆਪਣਾ ਰਿਕਾਰਡ ਆਨਲਾਈਨ ਚੜਾਉਣਾ ਹੁੰਦਾ, ਇਸ ਕਰਕੇ ਉਹਨਾਂ ਨੇ ਬੰਦ ਕਰਤੀਆਂ ਐਡਮਿਸ਼ਨਾਂ। ਤੇ ਬਾਅਦ 'ਚ ਪਿਛਲੇ ਹਫ਼ਤੇ ਆਪਾਂ ਸੋਚਿਆ ਕਿ ਹੁਣ ਮਤਲਬ ਅਦਾ ਸਾਲ ਮਤਲਬ ਆਹ ਵਾਲਾ ਖਰਾਬ ਹੋ ਜਾਣਾ ਵਾ ਤੇ ਹੁਣ ਇਹਨੂੰ ਅਗਲੇ ਸਾਲ ਹੀ ਐਡਮਿਸ਼ਨ ਮਤਲਬ ਹੋਊਗੀ। ਤੇ ਬਾਅਦ 'ਚ ਮਤਲਬ ਫਿਰ ਆਪਾਂ ਪਿਛਲੇ ਹਫ਼ਤੇ ਮਤਲਬ ਸੰਤਾ ਕੋਲ ਲੈ ਹੈਂਡ ਕਰਾਇਆ ਤੇ ਆਪਾਂ ਸੰਤਾਂ ਨਾਲ ਕੋਈ ਗੱਲ ਨਹੀਂ ਕੀਤੀ ਕਿ ਐਡਮਿਸ਼ਨ ਬਾਰੇ ਸਾਨੂੰ ਯਾਦ ਵੀ ਨਹੀਂ ਸੀ ਕਿ ਐਡਮਿਸ਼ਨ ਕਰਾਉਣੀ ਆ। ਤੇ ਬਾਅਦ 'ਚ ਅਗਲੇ ਦਿਨ ਆਪਾਂ ਸੋਮਵਾਰ ਮਾਈ ਭਾਗੋ ਕਾਲਜ ਵਿੱਚ ਮਤਲਬ ਗਏ ਤੇ ਉੱਥੇ ਮਤਲਬ ਐਡਮਿਸ਼ਨ ਲਈ ਗਏ ਤੇ ਉੱਥੇ ਮਤਲਬ ਕੰਪਿਊਟਰ ਇੰਜੀਨੀਅਰਿੰਗ ਵਿੱਚ ਇੱਕੋ ਹੀ ਲਾਸਟ ਸੀਟ ਸੀ ਤੇ ਉਹਨਾਂ ਨੇ ਕਿਹਾ ਇੱਕੋ ਹੀ ਸੀਟ ਹੈਗੀ ਆ ਤੇ ਫਿਰ ਆਪਾਂ ਫਾਰਮ ਭਰਿਆ ਤੇ ਫਿਰ ਮਤਲਬ ਐਡਮਿਸ਼ਨ ਹੋ ਗਈ ਇਹਦੀ। ਤੇ ਪਰਮੇਸ਼ਰ ਮਹਾਨ ਹੈ ਜਿਹਨੇ ਮਤਲਬ ਅਨੋਖੇ ਕੰਮ ਕੀਤੇ, ਨਹੀਂ ਤੇ ਇਹਦਾ ਸਾਲ ਮਤਲਬ ਬਰਬਾਦ ਹੋ ਜਾਣਾ ਸੀ। ਤੇ ਫਿਰ ਮਤਲਬ ਆਪਾਂ ਐਡਮਿਸ਼ਨ ਕਰਵਾਈ ਤੇ ਪਰਮੇਸ਼ਰ ਦਾ ਥੈਂਕਸ ਕੀਤਾ ਕਿ ਐਡਮਿਸ਼ਨ ਹੋ ਗਈ ਹੈ, ਸਾਲ ਬਰਬਾਦ ਹੋਣ ਤੋਂ ਮਤਲਬ ਬਚ ਗਿਆ ਵਾ। ਤੇ ਹੁਣ ਇਹਨੇ ਕੱਲ ਤੋਂ ਇਹਨੇ ਕਾਲਜ ਜਾਣਾ ਵਾ ਤੇ ਪਰਮੇਸ਼ਰ ਦਾ ਧੰਨਵਾਦ ਜਿਹਨੇ ਮਤਲਬ ਆਪਣੇ ਦਾਸ ਦੁਆਰਾ ਕੰਮ ਕੀਤਾ। ਆਪਾਂ ਦਾਸ ਨਾਲ ਕੋਈ ਗੱਲ ਨਹੀਂ ਕੀਤੀ ਐਡਮਿਸ਼ਨ ਬਾਰੇ, ਫਿਰ ਵੀ ਪਰਮੇਸ਼ਰ ਜਾਣਦਾ ਸਾਡੇ ਦਿਲਾਂ ਨੂੰ ਤੇ ਪਰਮੇਸ਼ਰ ਨੇ ਅਨੋਖਾ ਕੰਮ ਕੀਤਾ ਹੈ। ਇਸ ਗਵਾਹੀ ਲਈ ਪਰਮੇਸ਼ਰ ਦਾ ਤੇ ਪਰਮੇਸ਼ਰ ਦੇ ਦਾਸਾਂ ਦਾ ਧੰਨਵਾਦ। ਬ੍ਰਦਰ ਦਾ ਨਾਮ ਹਰਪਾਲ ਸਿੰਘ, ਪਿੰਡ ਹਰੀਆਂ। ਇਹਨਾਂ ਦੇ ਜੀਵਨ ਦੀ ਗਵਾਹੀ ਕਿ ਨਿੱਕੇ ਹੁੰਦੇ ਤੋਂ ਹੀ ਇਹਨਾਂ ਦਾ ਕੰਨ ਜਿਹੜਾ ਬਹੁਤ ਵਗਦਾ ਸੀ। ਕਦੀ ਵੀ ਜਿਹੜਾ ਕੰਨ ਅੱਜ ਤੋਂ ਨਿੱਕੇ ਹੁੰਦੇ ਤੋਂ ਲੈ ਕੇ ਅੱਜ ਤੱਕ ਕਦੀ ਕੰਨ ਜਿਹੜਾ ਇਹਨਾਂ ਦਾ ਵਗਣੋਂ ਹਟਿਆ ਹੀ ਨਹੀਂ ਸੀ, ਵਗਦਾ ਹੀ ਰਹਿੰਦਾ ਸੀ। ਹਰ ਵਾਰ ਦਵਾਈ ਲੈਂਦੇ ਸੀ ਪਰ ਕਦੀ ਵੀ ਦਵਾਈ ਨੇ ਜਿਹੜਾ ਅਸਰ ਨਹੀਂ ਸੀ ਕੀਤਾ। ਕੰਨ ਕਿੰਨੇ ਚਿਰ ਤੋਂ ਦਵਾਈ ਲੈਂਦੇ? ਨਿੱਕੇ ਹੁੰਦੇ ਤੋਂ ਵਗਦਾ ਸੀ ਕੰਨ। ਨਿੱਕੇ ਹੋਣ ਤੋਂ ਕੰਨ ਵਗਦਾ? ਉਦੋਂ ਤੋਂ ਦਵਾਈ ਦਵਾਉਂਦੇ ਸੀ ਪਰ ਕਦੇ ਅਰਮਾਨ ਨਹੀਂ ਸੀ ਆਇਆ। ਹਾਂ ਹਾਂ। 2-3 ਹਫ਼ਤੇ ਪਹਿਲਾਂ ਇਹ ਪ੍ਰਭੂ ਦੇ ਸੰਡੇ ਚਰਚ ਆਏ, ਪ੍ਰਭੂ ਦੇ ਦਾਸਾਂ ਨੇ ਲੈ ਹੈਂਡ ਪ੍ਰਾਰਥਨਾ ਕੀਤੀ, ਹਾਂ ਕੰਨ ਤੇ ਹੱਥ ਰੱਖ ਕੇ। ਉਸ ਦੇ ਦਿਨ ਤੋਂ ਹੀ ਪ੍ਰਭੂ ਜੀ ਨੇ ਇੰਨੇ ਵੱਡੇ ਬੰਧਨ ਨੂੰ ਤੋੜਿਆ। ਉਸ ਦਿਨ ਦਾ ਹੀ ਕੰਨ ਜਿਹੜਾ ਵਗਣੋਂ ਬੰਦ ਹੋ ਚੁੱਕਾ ਹੈ। ਹੁਣ 2 ਹਫ਼ਤੇ ਹੋ ਗਏ ਪੂਰਾ ਕੰਨ ਜਿਹੜਾ ਵਧੀਆ ਆ, ਮਾਸਾ ਜਿੰਨਾ ਰੇਸ਼ਾ ਵੀ ਨਹੀਂ ਵਗਿਆ। ਇਸ 2 ਹਫ਼ਤੇ ਹੋ ਚੁੱਕੇ ਆ, ਬਿਲਕੁਲ ਕੰਨ ਜਿਹੜਾ ਸਹੀ ਹੈ, ਬਿਲਕੁਲ ਰੇਸ਼ਾ ਨਹੀਂ ਹੈ। ਜ਼ਖਮ ਜਿਹੜੇ ਅੰਦਰੋਂ ਬਿਲਕੁਲ ਸੁੱਕ ਚੁੱਕੇ ਹਨ। ਇਸ ਮਹਾਨ ਕਿਰਪਾ ਵਾਸਤੇ ਆਪਣੇ ਦਾਸਾਂ ਦਾ, ਆਪਣੇ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ। ਸਭ ਭੈਣ ਭਾਈ ਜੋਰਦਾਰ ਤਾਰੀਫ ਕਰਾਂਗੇ। ਆਮੀਨ। अभिषेक आया महाअभिषेक, महाअभिषेक आया महाअभिषेक, ये है पापी यहोवा का महाअभिषेक, ये है दूल्हे खुदावंद का महाअभिषेक, ये है दूल्हे खुदावंद का महाअभिषेक।
के लिए। हालेलुया 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 सारी आई हुई कलीसिया ਨੂੰ ਜੈ ਮਸੀਹ ਜੀ ਰੱਬ ਦੇ ਦਾਸਾਂ ਨੂੰ ਜੈ ਮਸੀਹ ਜੀ ਮੇਰਾ ਨਾਮ ਦੀਪ ਪਿੰਡ ਪੰਡੋਰੀ ਬੜੈਚ ਆ ਜੀ ਅਸੀਂ ਪਿਛਲੇ ਸੰਡੇ ਹੀ ਆਏ ਸੀਗੇ ਚਰਚ ਵਿੱਚ ਤੇ ਸਿਚੁਏਸ਼ਨ ਕੁਝ ਇਦਾਂ ਸੀਗੇ ਮੇਰੇ ਭਾਬੀ ਨੇ ਐ ਨਾ 3-4 ਦਿਨ ਤੋਂ ਮੱਕੀ ਘਰ ਤੋਂ ਕਿਸੇ ਗੱਲ ਤੋਂ ਇਦਾਂ ਚਲੇ ਗਏ ਸੀਗੇ ਕੁਝ ਪਤਾ ਨਹੀਂ ਕਿੱਥੇ ਗਏ ਕਿੱਥੇ ਨਹੀਂ ਗਏ ਰਿਪੋਰਟ ਲਿਖਾਈ ਪੁਲਿਸ ਵਿੱਚ ਬਹੁਤ ਉਹਨਾਂ ਵੀ ਕੋਸ਼ਿਸ਼ ਕੀਤੀ ਅਸੀਂ ਵੀ ਸਾਰਾ ਅੰਮ੍ਰਿਤਸਰ ਫੋਲ ਮਾਰਿਆ ਕਿਤੇ ਨਹੀਂ ਸਾਨੂੰ ਮਿਲੇ ਇੱਕ ਦਿਨ ਸਾਨੂੰ ਦੱਸਿਆ ਕਿਸੇ ਨੇ ਕਿ ਗੁਰਦੁਆਰਾ ਸਾਹਿਬ ਨੇ ਇੱਥੇ ਆਪਣੇ ਗੋਲਡਨ ਟੈਂਪਲ ਉੱਥੇ ਵੀ ਅਸੀਂ ਸਾਰੇ ਘੁੰਮ ਕੇ ਆਏ ਕਿਤੇ ਨਹੀਂ ਸਾਨੂੰ ਮਿਲੇ ਤੇ ਫਿਰ ਅਸੀਂ ਸੰਡੇ ਨੂੰ ਚਰਚ ਆਏ ਪਾਸਟਰ ਜੀ ਨੂੰ ਦੱਸਿਆ ਤੇ ਉਹਨਾਂ ਨੇ ਲੇ ਹੈਂਡ ਪ੍ਰਾਰਥਨਾ ਕੀਤੀ ਤੇ ਉਸ ਦਿਨ ਹੀ ਸਾਨੂੰ ਕਿਸੇ ਨੇ ਦੱਸਿਆ ਕਿ ਉੱਥੇ ਗਏ ਨੇ ਪਰ ਸਾਨੂੰ ਫੇਰ ਨਹੀਂ ਮਿਲੇ ਸਾਡੇ ਗਲੀ ਦੇ ਲੋਕਾਂ ਨੇ ਮਿਲੇ ਨੇ ਇੱਥੇ 2 ਜਣਿਆਂ ਨੂੰ ਪਰ ਸਾਨੂੰ ਨਹੀਂ ਮਿਲੇ ਹੈਗੇ ਪਰ ਪ੍ਰਭੂ ਜੀ ਨੇ ਕਿਹਾ ਸੀਗਾ ਪਾਸਟਰ ਜੀ ਨੇ ਕਿਹਾ ਕਿ ਤੁਸੀਂ ਅਗਲੇ ਸੰਡੇ ਆਓਗੇ ਤੇ ਤੁਸੀਂ ਇੱਥੇ ਗਵਾਹੀ ਦਿਓਗੇ ਉਹੀ ਗੱਲ ਹੋਈ ਕਿ ਅਸੀਂ ਸੰਡੇ ਨੂੰ ਚਰਚ ਆਏ ਮੰਡੇ ਨੂੰ ਇਹ ਖੁਦ ਹੀ ਵਾਪਸ ਘਰੇ ਆ ਗਏ ਸੀਗੇ महाभिषेक हालेलुया रुक जाओ सुनो सुनो किन्ने लोगों ने सुनिया पिछली बार ये जगह ते जो सारे चले गए सिस्टर पता नहीं आई कि नहीं अचाई नहीं वो भैन नहीं आई ਜਿਹੜੀ ਜਿਨ੍ਹਾਂ ਨੇ ਹੈਂਡ ਕਰਾਇਆ ਉਹਨਾਂ ਨੇ ਹੈਂਡ ਇਹਨਾਂ ਦਾ ਕਰਕੇ ਕਰਾਇਆ ਸੀ ਕਿ ਮੇਰੀ ਭਾਬੀ ਜੀ ਨਹੀਂ ਲੱਭ ਰਹੇ ਜਦੋਂ ਉਹਨਾਂ ਦੇ ਸਿਰ ਦੇ ਉੱਪਰ ਹੱਥ ਰੱਖ ਕੇ ਪ੍ਰਭੂ ਨੇ ਬੋਲਿਆ ਕਿ ਇਹਨੂੰ ਬੋਲ ਕਿਉਂ ਆ ਰਹੇ ਨੇ ਇੱਧਰ ਲਈ ਹੈਂਡ ਕਰਾਇਆ ਉਧਰ ਸ਼ਾਮਾਂ ਨੂੰ ਇਹਨਾਂ ਦਾ ਮੈਨੂੰ ਫੋਨ ਆ ਗਿਆ ਵੀ ਮੇਰੇ ਭਾਬੀ ਜੀ ਕਿੰਨੇ ਦਿਨ ਤੋਂ ਨਹੀਂ ਸੀ ਲੱਭ ਰਹੇ 5 ਦਿਨ ਹੋ ਗਏ ਸੀ 5 ਦਿਨ ਤੋਂ ਤੁਸੀਂ ਕੀ ਕੀਤਾ ਇਹ ਦੱਸੋ ਇਹਨਾਂ ਨੂੰ ਜਿੱਥੇ ਵੀ ਕਿਸੇ ਨੇ ਦੱਸਣਾ ਕਿ ਇੱਥੇ ਹੋ ਸਕਦੇ ਨੇ ਇੱਥੇ ਹੋ ਸਕਦੇ ਨੇ ਕਿਸੇ ਨੇ ਸਾਨੂੰ ਕਹਿਣਾ ਕਿ ਉਹ ਗੁਰਦੁਆਰੇ ਦੇਖਿਆ ਏ ਅਸੀਂ ਖੁਦ ਸਾਰਾ ਅੰਮ੍ਰਿਤਸਰ ਫੋਲ ਮਾਰਿਆ ਕਿਤੇ ਨਹੀਂ ਮਿਲੇ ਹਾਂਜੀ ਤੇ ਜਦੋਂ ਪਾਸਟਰ ਨੇ ਕਿਹਾ ਕਿ ਤੁਸੀਂ ਰੱਬ ਤੇ ਵਿਸ਼ਵਾਸ ਰੱਖੋ ਆ ਜਾਣਗੇ ਤੇ ਮੰਡੇ ਨੂੰ ਇਹ ਘਰ ਆ ਗਏ ਸੀਗੇ ਤੁਸੀਂ ਸੰਡੇ ਲਈ ਹੈਂਡ ਕਰਾਈ ਤੇ ਮੰਡੇ ਨੂੰ ਕਿੰਨੇ ਵਜੇ ਘਰ ਆ ਗਏ ਮੰਡੇ ਨੂੰ ਤਕਰੀਬਨ ਕੁਝ 2:30 ਦੇ ਕਰੀਬ ਘਰੇ ਤਾਰੀਫ ਕਰੋ ਜ਼ੋਰ ਦੇ ਨਾਲ ਕਿੱਥੇ ਗਿਆ ਮੇਰਾ ਮਹਾਅਭਿਸ਼ੇਕ ਵਾਲਾ ਕਿੱਥੇ महाअभिषेक आया महाअभिषेक महाअभिषेक आया महाअभिषेक ये है बाकी यहोवा का महाअभिषेक ये है रूह खुदावंद का महाअभिषेक ये है आया महाअभिषेक आया महाअभिषेक आया है महाअभिषेक सब जोरदार तारीफ करेंगे सदगुरु गवाही के लिए हालेलुया अंदर ध्यान दो रुक जाओ बीबी जी खड़े रहो हालेलुया बोलदा मेरा किन्ने लोगों ने पियानो पे रख पुੱਤ ਪਿਆਨੋ ਨਾ ਬੰਦ ਕਰ ਐਵੇਂ ਛੇਮ ਆਉਂਦੀ ਆ ਬੋਲਦਾ ਮੇਰਾ ਖੋਲਦਾ ਭੇਤ ਦਿਲਾਂ ਦੇ देखो मेरे जीजो जो ले हैंड दी मजाक नहीं किन्ने लोग सुनते महाअभिषेक जो खुदा दा हुंदा तो अपने आप दाता किन्ने बचना किन्ने मरना किन्ने की करना क्योंकि बाइबल च लिखा आत्मा आवेगा तो तुहानू सारियां गल्लां याद किया ये प्रभु दा मसा है जगह ते जिन्ने सुनदे अज भी जो हाथ आएगा वेखो तुहानू दसेगा तू अगले साल च की करन जा रहे की होन जा रहा की करोगे किवें तरक्की होएगी सब जोर दी तारीफ करो जोर दी सब प्रभु दे महाअभिषेक दे वास्ते तारीफ करो तारीफ करो साडे दे नाल तारीफ करो तारीफ प्रभु दे अभिषेक दे वास्ते तारीफ जोर दे नाल आमीन 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 तारीफ प्रभु दे महाअभिषेक दे वास्ते आ क्योंकि जो प्रभु का अभिषेक होता प्रभु दिल दी गल्लां
ਬਾਹਰ ਲੈ ਕਰਨਾ ਆਮੇ। ਹਾਂ ਨੈਕਸਟ ਗਵਾਈ। ਸਿਸਟਰ ਦਾ ਨਾਮ ਸ਼ਿੰਦਾ, ਪਿੰਡ ਹਰੀਆਂ। ਇਹਨਾਂ ਦੇ ਜੀਵਨ ਦੀ ਗਵਾਹੀ ਕਿ 2-3 ਮਹੀਨੇ ਪਹਿਲਾਂ ਇਹਨਾਂ ਨੇ ਚਰਚ ਵਿੱਚ ਆਉਣਾ ਸ਼ੁਰੂ ਕੀਤਾ ਸੀ। ਉਦੋਂ ਇਹਨਾਂ ਨੂੰ ਦੁਸ਼ਟ ਆਤਮਾਵਾਂ ਦੇ ਇਹਨਾਂ ਦੇ ਜੀਵਨ ਵਿੱਚ ਬਹੁਤ ਸਾਰੇ ਅਟੈਕ ਹੁੰਦੇ ਸੀ। ਸਿਸਟਰ ਬਹੁਤ ਪਰੇਸ਼ਾਨ ਰਹਿੰਦੇ ਸੀ। ਕਹਿੰਦੇ ਤੇਰੇ 2 ਹਫ਼ਤੇ ਲਗਾਤਾਰ ਚਰਚ ਆਏ, ਤੀਸਰੇ ਹਫ਼ਤੇ ਦੁਸ਼ਟ ਆਤਮਾ ਇਹਨਾਂ ਨੂੰ ਹੋਇਆ। ਪ੍ਰਭੂ ਦੇ ਦਾਸਾਂ ਨੇ ਲੇ ਹੈਂਡ ਪ੍ਰਾਰਥਨਾ ਕੀਤੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਦੁਬਾਰਾ ਇਹਨਾਂ ਦੇ ਜੀਵਨ ਵਿੱਚ ਖੇਡ ਨਹੀਂ ਆਈ। ਇਸ ਮਹਾਨ ਕਿਰਪਾ ਵਾਸਤੇ ਆਪਣੇ ਦਾਸਾਂ ਦਾ, ਆਪਣੇ ਪ੍ਰਭੂ ਜੀ ਦੁਸ਼ਟ ਆਤਮਾ ਦਾ ਅਟੈਕ ਸੀ, ਇਹਨਾਂ ਨੂੰ ਖੇਡ ਆਉਂਦੀ ਸੀ ਕਾਫੀ ਲੰਬੇ ਸਮੇਂ ਤੋਂ। ਹਾਲੇਲੂਇਆ। ਕਿੰਨੇ ਲੋਕਾਂ ਨੂੰ ਸੁਣਿਆ? ਕਿੰਨੇ ਚਿਰ ਤੋਂ ਬੀਬੀ ਜੀ ਤੁਹਾਨੂੰ ਖੇਡ ਆਉਂਦੀ ਸੀ? ਕਿੰਨਾ ਚਿਰ ਗਾਇਡ ਆ ਜਦੋਂ ਤੁਸੀਂ ਇੱਥੇ ਆਏ? ਉਹ ਠੀਕ ਹੈ, ਹੁਣ ਠੀਕ ਹੈ। ਜਦੋਂ ਤੁਸੀਂ ਚਰਚ ਆ ਰਹੇ, ਇਹ ਬੀਬੀ ਕਹਿ ਰਹੀ ਵੀ ਮੈਨੂੰ ਖੇਡ ਨਹੀਂ ਸੀ ਆਉਂਦੀ, ਮੈਨੂੰ ਮੇਰੀ ਬਾਡੀ ਦੇ ਉੱਪਰ ਕੀ ਨੀਲ ਪੈਂਦੇ ਸੀ। ਨੀਲ ਫਸਟ ਜਿਹੜੀ ਖੇਡ ਉੱਥੇ ਫਸਟ ਟਾਈਮ ਹੀ ਆਈ ਸੀ, ਹਾਂ, ਤੇ ਫਸਟ ਟਾਈਮ ਹੀ ਖਤਮ ਹੋ ਉਸ ਗਈ। ਤੋਂ ਬਾਅਦ ਖੇਡ ਨਹੀਂ ਨਹੀਂ ਆਈ। ਆਈ, ਕੋਈ ਲੇ ਹੈਂਡ ਨਹੀਂ ਕੀਤਾ? ਨਹੀਂ ਲੇ ਹੈਂਡ ਕੀਤੀ ਸੀ ਤੁਸੀਂ। ਅੱਛਾ, ਲੇ ਹੈਂਡ ਦੀ ਪਰਚੀ ਲੈ ਕੇ ਲੇ ਹੈਂਡ ਕਰਾਇਆ। ਓਕੇ ਓਕੇ। ਉਸ ਤੋਂ ਬਾਅਦ ਹੁਣ ਤੁਹਾਨੂੰ ਕੋਈ ਖੇਡ ਨਹੀਂ ਆ? ਹੋਰ ਤੁਹਾਡੀ ਬਾਡੀ ਦੇ ਉੱਪਰ ਕੀ ਹੁੰਦਾ ਸੀ? ਨੀਲ ਪੈਂਦੇ? ਹਾਂਜੀ ਹੋਰ ਉਸ ਤੋਂ ਇਲਾਵਾ? ਹੁਣ ਠੀਕ ਬਿਲਕੁਲ। ਹੁਣ ਨੀਲ ਬਿਲਕੁਲ ਠੀਕ ਆ। ਕਿੰਨੇ ਚਿਰ ਤੋਂ ਨੀਲ ਪੈਂਦੇ ਸੀ? 3 ਸਾਲ ਹੋ ਗਏ। ਇਹ ਬੀਬੀ ਕਹਿ ਰਹੀ ਕਿ 3 ਸਾਲ ਤੋਂ ਇਹਨਾਂ ਦੀ ਸਨੈਪ ਲਈ ਕਿ ਨਹੀਂ? ਸਨੈਪ ਲਿਆ ਕਰੋ ਬ੍ਰਦਰ, ਤੁਸੀਂ ਸਨੈਪ ਤੁਹਾਨੂੰ ਰੈਡੀ ਰੱਖਿਆ ਕਰੋ, ਜਿਹੜਾ ਅਗਲੇ ਬੰਦੇ ਦਾ ਸਨੈਪ ਮੈਂ ਵੱਖਰੀਆਂ ਪਾਉਣੀਆਂ, ਅਲੱਗ ਪਾਉਣੀਆਂ। ਹਾਲੇਲੂਇਆ। ਇਹ ਬੀਬੀ ਜੀ ਕਹਿ ਰਹੇ ਕਿ ਮੇਰੇ ਬਾਡੀ ਦੇ ਉੱਪਰ ਨੀਲ ਪੈਂਦੇ ਔਰ ਪ੍ਰੋਬਲਮ ਸੀ। ਜਦੋਂ ਮੈਂ ਲੇ ਹੈਂਡ ਕਰਾਈ, ਖੇਡ ਵੀ ਬੰਦ ਹੋ ਗਈ ਆ, ਕੋਈ ਬਾਡੀ ਤੇ ਨੀਲ ਨਹੀਂ ਆ, ਹੁਣ ਮੈਂ ਬਿਲਕੁਲ ਫ੍ਰੀ ਹੋ ਚੁੱਕੀ। 3 ਸਾਲ ਤੋਂ ਕਹਿੰਦੇ ਪ੍ਰੋਬਲਮ ਸੀ। ਇੱਕ ਹੋਰ ਪ੍ਰੋਬਲਮ ਸੀ, ਇੱਕ ਹੋਰ ਇਹਨਾਂ ਨੂੰ 1 ਮਹੀਨੇ ਤੋਂ ਪ੍ਰੋਬਲਮ ਸੀ। ਇਹਨਾਂ ਦੀ ਲੱਤ ਜਿਹੜੀ ਬਹੁਤ ਜ਼ਿਆਦਾ ਦਰਦ ਕਰਦੀ ਸੀ। ਪ੍ਰਭੂ ਦੇ ਦਾਸ ਲਗਾਤਾਰ ਪ੍ਰੇਅਰ ਕਰਦੇ ਸੀ ਔਰ ਇਹਨਾਂ ਨੇ ਸੰਤਾਂ ਨੇ ਮੈਨੂੰ ਕਿਹਾ ਕਿ ਬੀਬੀ ਵਾਸਤੇ ਵਿਸ਼ਾ ਰੱਖ ਕੇ ਲਗਾਤਾਰ ਜ਼ਬੂਰ ਪੜੋ। ਆਪਾਂ ਜਿੰਨਾ ਜ਼ਿਆਦਾ ਜ਼ਬੂਰ ਪੜਦੇ ਹਾਂ, ਬੀਬੀ ਦੀ ਲੱਤ ਓਨੀ ਜ਼ਿਆਦਾ ਦਰਦ ਕਰਦੀ ਸੀ। ਕੱਲ ਫਿਰ ਮੈਂ ਬੜੇ ਗੁੱਸੇ ਦੇ ਨਾਲ, ਜਿੱਦਾਂ ਕਿ ਇਹ ਚੀਜ਼ ਨੂੰ ਗੁੱਸੇ ਨਾਲ ਪਈ ਦੇਣਾ, ਗੁੱਸੇ ਨਾਲ ਮੈਂ ਸ਼ੈਤਾਨ ਨੂੰ ਬਚਨਾਂ ਵਿੱਚੋਂ ਡਾਟਿਆ। ਲੂਕਾ 10:19 ਦੇ ਅਧਿਕਾਰ ਦੇ ਨਾਲ, ਮਰਕਸ 16 ਦੇ ਅਧਿਕਾਰ ਦੇ ਨਾਲ। ਤੇ ਕੱਲ ਦੀ ਜਿਹੜੀ ਲੱਤ ਦੀ ਦਰਦ ਜੋ ਨਹੀਂ ਤਾਂ ਹਟਦੀ ਨਹੀਂ ਹੈ, ਬਹਿੰਦੇ ਹੀ ਜਦੋਂ ਪ੍ਰੇਅਰ ਤੇ ਜ਼ਿਆਦਾ ਲੱਤ ਦਰਦ ਸ਼ੁਰੂ ਹੋ ਜਾਂਦੀ ਸੀ। ਬਿਲਕੁਲ ਓਕੇ ਆ। ਤੇ ਕੱਲ ਦੀ ਜਿਹੜੀ ਲੱਤ ਦੀ ਦਰਦ ਹੈ ਬਿਲਕੁਲ ਗਾਇਬ ਹੋ ਚੁੱਕੀ ਹੈ। ਇਸ ਮਹਾਨ ਕਿਰਪਾ ਵਾਸਤੇ ਆਪਣੇ ਦਾਸਾਂ ਦਾ, ਆਪਣੇ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਭ ਭੈਣ ਭਾਈ ਜੋਰਦਾਰ ਤਾਰੀਫ ਕਰਾਂਗੇ। ਭੈਣ ਸਾਡੀ ਬਹੁਤ ਪਰੇਸ਼ਾਨ ਸੀ ਕਿ ਜਿਹੜੀ ਲੱਤ ਦੀ ਦਰਦ ਹੈ ਹਟਦੀ ਨਹੀਂ ਗੀ। ਤੇ ਸੰਤਨ ਵੀ ਕਹਿੰਦੇ ਸੀ, ਸਾਨੂੰ ਵੀ ਆਣ ਕੇ ਦੱਸਦੇ ਸੀ ਕਿ ਮੇਰੀ ਲੱਤ ਦੀ ਜਿਹੜੀ ਦਰਦ ਹੈ, ਸਾਨੂੰ ਵੀ ਬਹੁਤ ਪਰੇਸ਼ਾਨੀ ਹੁੰਦੀ ਸੀ ਕਿ ਸਾਡੀ ਭੈਣ ਦੀ ਲੱਤ ਦੀ ਦਰਦ ਜਿਹੜੀ ਕਦੇ ਠੀਕ ਹੀ ਨਹੀਂ ਹੁੰਦੀ। ਹਾਂਜੀ, ਹੁਣ ਬਿਲਕੁਲ ਓਕੇ ਹੋ ਗਏ। महाअभिषेक आया, महाअभिषेक, महाअभिषेक, महाअभिषेक आया, महाअभिषेक, महाअभिषेक आया, महाअभिषेक। ये है बाबी यहोवा का महाअभिषेक, ये यहोवा का महाअभिषेक। आया महाअभिषेक, आया महाअभिषेक, आया महाअभिषेक। ਸਿਸਟਰ ਦਾ ਨਾਮ ਪਿੰਕੀ, ਪਿੰਡ ਹਰੀਆਂ। ਸਿਸਟਰ ਦੇ ਜੀਵਨ ਦੀ ਗਵਾਹੀ ਕਿ ਪਿਛਲੇ ਸੰਡੇ ਪ੍ਰਭੂ ਦੇ ਦਾਸ ਘੋਸ਼ਣਾ ਕਰ ਰਹੇ ਸੀ ਕਿ ਸੈਡ ਦੀਆਂ ਦਰਦਾਂ ਜਿਹੜੀਆਂ ਜਾ ਰਹੀਆਂ। ਸਿਸਟਰ ਦੀ ਕਾਫੀ ਲੰਬੇ ਸਮੇਂ ਤੋਂ ਇੱਕ ਸੈਡ ਦੀ ਦਰਦ ਹੁੰਦੀ ਸੀ। ਪੂਰੀ ਸੈਡ ਜਿਹੜੀ ਅੱਖ ਤੋਂ ਲੈ ਕੇ ਸਿਰ ਦੀ ਲੱਤ ਤੱਕ ਦਰਦ ਰਹਿੰਦੀ ਸੀ, ਕਦੇ ਹਟਦੀ ਨਹੀਂ, ਕਦੇ ਹਟ ਜਾਂਦੀ ਸੀ, ਫਿਰ ਵੀ ਜੋ ਇਹਦੀ ਫੇਰ ਹਟ ਜਾਂਦੀ। ਪਿਛਲੇ ਸੰਡੇ ਜਦ ਪ੍ਰਭੂ ਦੇ ਦਾਸਾਂ ਨੇ ਪ੍ਰੋਫੈਸੀ ਕੀਤੀ, ਸਿਸਟਰ ਨੇ ਰਿਸੀਵ ਕੀਤਾ, ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜੀ ਸਿਸਟਰ ਦੀ ਸੈਡ ਦੀ ਦਰਦ ਸੀ, ਉਹ ਤੋਂ ਪ੍ਰਭੂ ਨੇ ਇਹਨਾਂ ਦਾਸਾਂ ਦੇ ਦੁਆਰਾ, ਵਚਨਾਂ ਦੇ ਦੁਆਰਾ ਸਿਸਟਰ ਨੂੰ ਛੁਟਕਾਰਾ ਦਿੱਤਾ। ਇਸ ਮਹਾਨ ਕਿਰਪਾ ਵਾਸਤੇ ਆਪਣੇ ਦਾਸਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ। ਸਭ ਭੈਣ ਭਾਈ ਜੋਰਦਾਰ ਤਾਰੀਫ ਕਰਾਂਗੇ। ਆਮੀਨ। तूने ऐसी किन मिला
दिलाई प्यास बुझाई तूने ऐसी किन भी दिलाई प्यास दिलाई प्यास बुझाई तूने ऐसी किन भी दिलाई प्यास बुझाई प्यास बुझाई सुनाया मेरी करदा हनेरी रूह पाके दी बचावे पैसो हनेरी रूह पाके दी बचावे पैसो हनेरी रूह पाके दी बचावे पैसो हालेलुया 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 सब से जोर से तारीफ करांगे ਹਾਲੇਲੂਇਆ 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 ਸਾਰੇ ਭੈਣ ਭਾਈਆਂ ਜੈ ਮਸੀਹ ਦੀ ਰੱਬ ਦੇ ਦਾਸਾਂ ਜੈ ਮਸੀਹ ਦੀ ਭੈਣ ਭਾਈਓ ਮੇਰੇ ਜੀਵਨ ਦੀ ਗਵਾਹੀ ਆ ਕਿ ਮੇਰੇ ਚਰਚ ਦੇ ਵਿੱਚ ਨੇਮ ਸੀ ਕਿ ਮੇਰੇ ਕੋਲ ਗਲਤੀ ਹੋ ਜਾਂਦੀ ਵੀ ਝੂਠ ਮੈਨੂੰ ਨੇਮ ਤੇ ਨਹੀਂ ਆਉਣ ਦਿੰਦਾ ਕਾਫੀ ਚਿਰ ਮੈਂ ਨੇਮ ਤੇ ਨਹੀਂ ਆਈ ਤੇ ਮੇਰੇ ਚ ਦੁਸ਼ਟ ਬੜਾ ਕੰਮ ਕਰਦਾ ਸੀ ਤੇ ਕਦੀ ਮੈਨੂੰ ਬੁਖਾਰ ਹੋ ਜਾਂਦਾ ਸੀ ਤੇ ਕਦੀ ਮੇਰਾ ਬੀਪੀ ਵੱਧ ਜਾਂਦਾ ਸੀ ਕਦੀ ਘਟ ਜਾਂਦਾ ਸੀ ਤੇ ਮੇਰੀ ਨੌ ਬੇਟੀ ਆਈ ਚਰਚ 'ਚ ਆਪਣੇ ਬੇਟੇ ਨੂੰ ਲੈ ਕੇ ਤੇ ਦਾਸਾਂ ਨੇ ਕਿਹਾ ਵੀ ਭੈਣ ਜਿੰਨਾ ਤੱਕ ਬੀਬੀ ਇੱਥੇ ਆ ਕੇ ਆਪਣੇ ਨੇਮ ਪੂਰੇ ਨਾ ਪ੍ਰੇਰ ਕਰੂਗੀ ਨਾ ਉਹਨਾਂ ਤੱਕ ਬੀਬੀ ਨੇ ਨਹੀਂ ਠੀਕ ਹੋਣਾ ਤੇ ਭੈਣ ਭਾਈਓ ਮੈਂ ਇੱਕ ਦਿਨ ਹੀ ਆਈ ਆ ਪਰਸੋਂ ਆਈ ਆ ਤੇ ਕੱਲ ਚਲੋ ਨਹੀਂ ਮੇਰੇ ਕੋਲ ਰਾਤ ਦੀ ਬੰਦਗੀ ਤੇ ਮੈਂ ਆ ਗਈ ਆ ਕੋਈ ਇਹੋ ਜਿਹਾ ਕੰਮ ਪੈ ਗਿਆ ਮੇਰੇ ਕੋਲ ਨਹੀਂ ਆਇਆ ਗਿਆ ਤੇ ਭੈਣ ਭਾਈਓ ਮੇਰਾ ਉਦੋਂ ਦਾ ਸਰੀਰ ਬਿਲਕੁਲ ਹੌਲਾ ਵਾ ਕੋਈ ਮੇਰਾ ਹੁਣ ਬੁਖਾਰ ਵੀ ਨਹੀਂ ਗਾ ਕੋਈ ਬੀਪੀ ਨਹੀਂ ਵਧਦਾ ਨਹੀਂ ਕਿ ਮੈਂ 2 ਦਿਨ ਬਿਲਕੁਲ ਮੰਜੇ ਦੇ ਉੱਤੇ ਪਈ ਰਹੀ ਆ ਮੇਰਾ 160 ਬੀਪੀ ਤੇ ਮੈਨੂੰ ਦਾਸਾਂ ਨੇ ਪੁੱਛਿਆ ਵੀ ਬੀਬੀ ਤੈਨੂੰ ਸਾਹ ਦੀ ਮੁਸ਼ਕਲ ਤੇ ਨਹੀਂ ਹੋਈ ਮੈਂ ਕਿਹਾ ਨਹੀਂ ਦਾਸ ਜੀ ਮੈਨੂੰ ਸਾਹ ਦੀ ਮੁਸ਼ਕਲ ਨਹੀਂ ਹੋਈ ਮੈਨੂੰ ਬਾਅਦ ਚੱਕਰ ਆਉਂਦੇ ਸੀ ਜੇ ਮੈਂ ਇੱਧਰ ਪੈਣੀ ਹਾਂ ਤਾਂ ਵੀ ਚੱਕਰ ਜੇ ਮੈਂ ਇੱਧਰ ਪੈਣੀ ਹਾਂ ਨਹੀਂ ਤਾਂ ਵੀ ਚੱਕਰ ਮੈਨੂੰ ਡਾਕਟਰ ਕਹਿੰਦਾ ਵੀ ਤੈਨੂੰ ਸਵਰਕਲ ਦਾ ਨੁਕਸ ਤੇ ਨਹੀਂ ਗਾ ਮੈਂ ਕਿਹਾ ਨਹੀਂ ਮੈਨੂੰ ਸਵਰਕਲ ਦਾ ਨਹੀਂ ਜਦੋਂ ਬੀਪੀ ਵਧਦਾ ਵਾ ਨਾ ਉਦੋਂ ਮੈਨੂੰ ਚੱਕਰ ਆਉਂਦੇ ਭੈਣ ਭਾਈਓ ਮੈਂ ਵਿਸ਼ਵਾਸ ਕਰਦੀ ਹਾਂ ਕਿ ਮੇਰਾ ਪ੍ਰਭੂ ਹੈ ਮੇਰੇ ਭੈਣ ਭਾਈਓ ਬੜੇ ਦੁੱਖੇ ਥੋੜੀ ਮੈਂ ਜਿਉਂਦੀ ਮੰਨਣ ਡਈ ਆ ਮੇਰਾ ਇੱਕ ਗੁਪਤ ਰੋਗ ਸੀ ਇੱਕ ਲੀਵਰ ਦੇ ਵਿੱਚ ਰਸੋਈ ਸੀ ਉਹ ਮੇਰਾ ਐਡਾ ਪੇਟ ਹੁੰਦਾ ਮੈਂ ਆਪਣੇ ਆਪ ਦੀ ਸ਼ਰਮ ਖਾਂਦੀ ਸਾਂ ਵੀ ਐਡਾ ਮੇਰਾ ਪੇਟ ਹੋ ਗਿਆ ਬਾਕੀ ਲੱਕ ਦੇ ਮਣਕਦੇ ਮੇਰੇ ਟੇਢੇ ਹੀ ਤੇ ਮੈਨੂੰ ਵਿਸ਼ਵਾਸ ਆ ਦਵਾਈਆਂ ਨਾਲ ਨਹੀਂ ਰਮਾਨ ਆਉਂਦਾ ਜੋ ਪ੍ਰਭੂ ਕਹਿੰਦਾ ਉਹ ਰਮਾਨ ਆਉਂਦਾ ਵਾ ਪ੍ਰਭੂ ਦੇ ਘਰੋਂ ਰਮਾਨ ਆਉਂਦਾ ਆ ਦਵਾਈਆਂ ਦਾ ਤੇ ਕਿ ਮੈਂ ਬਹਾਨਾ ਹੀ ਆ ਪ੍ਰਭੂ ਦੇ ਘਰੋਂ ਨੇ ਕਿ ਮੈਂ ਬੜੀਆਂ ਦਵਾਈਆਂ ਖਾ ਚੁੱਕੀ ਆ ਬੁਖਾਰ ਬਾਰੇ ਵੀ ਤੇ ਜਿੱਦਾਂ ਦੀ ਮੈਂ ਪ੍ਰੇਰ ਤੇ ਆਉਣੀ ਆ ਉਦੋਂ ਦੀ ਮੈਂ ਬਿਲਕੁਲ ਠੀਕ ਆ ਮੈਂ ਪ੍ਰਭੂ ਦਾ ਵੀ ਧੰਨਵਾਦ ਕਰਨੀ ਆ ਆਪਣੇ ਦਾਸਾਂ ਦਾ ਵੀ ਧੰਨਵਾਦ ਕਰਨੀ ਆ ਤੇ ਦੁਸ਼ਟ ਦਾ ਮੈਂ ਨਾਸ਼ ਕਰਦੀ ਆ ਹਾਲੇਲੂਇਆ 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 ਕਿੱਥੇ ਜਾਣਾ ਚਾਹੀਦਾ ਬੀਬੀ ਆਪਾਂ ਨੂੰ ਕਿੱਥੇ ਹੋਣਾ ਚਾਹੀਦਾ ਕੀ ਆਪਣਾ ਪਿੰਡ ਕੀ ਬਣ ਚੁੱਕਾ ਵਾ ਆਪਣਾ ਪਿੰਡ ਕੀ ਬਣ ਚੁੱਕਾ ਵਾ ਆਪਣਾ ਪਿੰਡ ਖਾਮੜਾ ਕਿੰਨੇ ਲੋਕਾਂ ਨੂੰ ਪਤਾ ਸਾਡਾ ਪਿੰਡ ਕੀ ਬਣ ਚੁੱਕਾ ਖਾਮੜਾ ਬੋਲ ਬੋਲ ਬੀਬੀ ਆਪਣਾ ਪਿੰਡ ਬਣ ਚੁੱਕਾ ਖਾਮੜਾ ਤਾਰੀਫ ਕਰੋ ਜ਼ੋਰ ਦੇ ਨਾਲ ਆਹ ਵੇਖੋ ਸੁਣੋ ਤੁਸੀਂ ਵੇਖ ਰਹੇ ਖੁਦਾ ਦੇ ਕੰਮਾਂ ਨੂੰ ਵੱਡੇ ਵੱਡੇ ਮੈਡੀਕਲ ਖੋੜੇ ਵੱਡੇ ਵੱਡੇ ਜਿੱਥੇ ਵੀ ਬਿਮਾਰ ਲੱਭਦੇ ਚੁੱਕ ਕੇ ਲਿਆਓ ਵੇਖੋ ਕਿੱਦਾਂ ਦੌੜਦੇ ਜਿਹਨੇ ਲੋਕ ਸੁਣਦੇ ਆ ਕਿਉਂਕਿ ਵੇਖੋ ਲਗਾਤਾਰ ਜਦੋਂ ਹੀ ਪੂਰੀ ਰੀਤ ਦੇ ਨਾਲ ਪ੍ਰਭੂ ਦੀ ਮਹਿਮਾ ਕਰਾਂਗੇ ਨਾ ਤੇ ਗਵਾਹੀਆਂ ਹੋਣਗੀਆਂ ਤੁਸੀਂ ਬਿਲਕੁਲ ਫ੍ਰੀ ਹੋ ਚੁੱਕੇ ਬਿਲਕੁਲ ਜੀ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਮਜੀਠੇ ਜਾਣ ਦੀ ਲੋੜ ਨਹੀਂ ਕਿੱਥੇ ਆਉਣ ਦੀ ਲੋੜ ਆ ਖਾਮੜੇ ਤਾਰੀਫ ਕਰੋ ਜ਼ੋਰ ਦੇ ਨਾਲ ਨਾਗਾ ਵਾਲਾ ਕੰਮ ਆ ਦੋ ਮਿੰਟ शिवावा वडीदा है यीशु नासरी शिवावा वडीदा है यीशु नासरी ये दुख पवे रहने ही देगा शिवावा वडीदा है यीशु नासरी शिवावा वडीदा है यीशु नासरी ये दुख पवे रहने नहीं देगा मेरी जगह आप लड़ना है ये कुछ रहने ही देगा शिवावा वडीदा है यीशु नासरी शिवावा
ਦੁੱਖ ਪਰੇ ਰਹਿਣ ਨਹੀਂ ਦੇਦਾ। ਹਾਲੇਲੂਇਆ ਹਾਲੇ ਇੱਕ ਮੈਨੂੰ ਚੇਤਾ ਭੁੱਲ ਗਿਆ, ਇੱਕ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਆ। ਮੈਨੂੰ 6 ਸਾਲਾਂ ਬਾਅਦ ਪੋਤਾ ਮਿਲਿਆ ਇੱਥੋਂ। ਲੋਕੀ ਮੈਨੂੰ ਮਖੌਲ ਕਰਦੇ ਹੁੰਦੇ ਸੀ ਵੀ ਪ੍ਰਭੂ ਦੇ ਘਰ ਜਾਂਦੀ ਉਦੋਂ ਵੇਖਾਂਗੇ ਜਦੋਂ ਤੈਨੂੰ ਰੱਬ ਪੋਤਰਾ ਦਊਗਾ। ਮੇਰੇ ਆਂਢ ਗੁਆਂਢ ਮੈਨੂੰ ਲੋਕੀ ਬਹੁਤ ਗੱਲਾਂ ਕਰਦੀਆਂ ਸੀ, ਇਹਨੂੰ ਕਿਤੇ ਦਵਾਈ ਖਵਾ। ਮੈਂ ਕਿਹਾ ਨਹੀਂ, ਮੈਂ ਕਿਤੇ ਉਹ ਦਵਾਈ ਨਹੀਂ ਖਵਾਉਣੀ, ਮੇਰਾ ਪ੍ਰਭੂ ਇਹਦੇ ਵਾਸਤੇ ਹੈਗਾ ਆ, ਆਪੇ ਦਵਾਈਆਂ ਖਵਾਊ। ਭੈਣ ਭਾਈਓ, ਮੈਂ ਟਕੇ ਦੀ ਗੋਲੀ ਨਹੀਂ ਖਵਾਈ, ਉਹ ਜ਼ਰੂਰ ਖਾਧੀ ਜਿਹੜਾ ਇਹਦਾ ਕੇਸ ਹੋਇਆ, ਲੇਕਿਨ ਮੈਂ ਬੱਚੇ ਬਾਰੇ ਇਸ ਕੰਮ ਬਾਰੇ ਕੋਈ ਕੰਮ ਨਹੀਂ ਕੀਤਾ। ਮੈਨੂੰ ਵਿਸ਼ਵਾਸ ਸੀ ਵੀ ਜੇ ਪ੍ਰਭੂ ਨੇ ਮੈਨੂੰ ਵਾਲੇ ਦੇ ਦੁੱਖਾਂ ਤੋਂ ਠੀਕ ਕੀਤਾ, ਪ੍ਰਭੂ ਮੈਨੂੰ ਇਹ ਵੀ ਦਊ। ਭੈਣ ਭਾਈਓ, ਵਿਸ਼ਵਾਸੀਆਂ ਨੂੰ ਦਿੰਦਾ। ਵਿਸ਼ਵਾਸ ਰੱਖੋ ਮੇਰੇ ਭੈਣ ਭਾਈਓ, ਹਰ ਇੱਕ ਚੀਜ਼ ਇੱਥੋਂ ਬਰਕਤਾਂ, ਇੱਥੋਂ ਘਰ, ਇੱਥੋਂ ਬੱਚੇ, ਸਭ ਕੁਝ ਮਿਲਦਾ ਜੇ ਵਿਸ਼ਵਾਸ ਨਾ ਆਓ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਸਾਰੀ ਕਲੀਸਿਆ ਨੂੰ ਜੈ ਮਸੀਹ ਦੀ, ਰੱਬ ਦੇ ਦਾਸਾਂ ਨੂੰ ਜੈ ਮਸੀਹ ਦੀ। ਮੇਰਾ ਨਾਮ ਮਨੀ ਆ, ਮੈਂ ਪਿੰਡ ਹਰੀਆਂ ਤੋਂ ਆਈ ਆ। ਮੇਰੇ ਜੀਵਨ ਦੀ ਬਹੁਤ ਵੱਡੀ ਗਵਾਹੀ ਆ। ਗਵਾਹੀ ਮੇਰੇ ਬ੍ਰਦਰ ਦੀ ਆ ਕਿ ਇਹ ਨਾ ਸ਼ਾਮ ਨੂੰ ਰਾਤ ਨੂੰ ਨਾ ਰੋਟੀ ਖਾ ਕੇ, ਤੇ ਸ਼ਨੀਵਾਰ ਦੀ ਗੱਲ ਹੈ ਕਿ ਉਹ ਰੋਟੀ ਖਾ ਕੇ, ਉਹ ਪਹਿਲਾਂ ਵੀ ਠੀਕ ਨਹੀਂ ਸੀ ਤੇ ਉਹਨੂੰ ਬੁਖਾਰ ਹੋਇਆ ਸੀ ਤੇ ਉਹ ਉਲਟੀਆਂ ਵੀ ਬਹੁਤ ਕਰ ਰਿਹਾ ਸੀ ਸਵੇਰ ਤੋਂ ਹੀ। ਤੇ ਸ਼ਾਮ ਹੋਈ ਤੇ ਉਹ ਕਹਿ ਰਿਹਾ ਕਿ ਮੇਰਾ ਨਾ ਕੱਚਾ ਕੱਚਾ ਜੀ ਹੋਣ ਡਿਆ ਵਾ। ਤੇ ਫ੍ਰਿਜ ਵਿੱਚ ਇਮਲੀ ਪਈ ਸੀ ਤੇ ਉਹਨੇ ਫੜ ਕੇ ਤੇ ਇਮਲੀ ਖਾਣ ਲੱਗ ਪਿਆ ਤੇ ਨਾਲੇ ਗੱਲਾਂ ਕਰਨ ਡਿਆ ਸੀ। ਤੇ ਉਹ ਇਮਲੀ ਖਾਂਦਿਆਂ ਖਾਂਦਿਆਂ 2 ਗਿਟਕਾਂ ਜਿਹੜੀਆਂ ਨਾ ਉਹ ਉਹਦੀ ਖਾਣੇ ਵਾਲੀ ਨਾਲੀ ਵਿੱਚ ਫਸ ਗਈਆਂ ਸੀ, ਪਹਿਲਾਂ ਗਲੇ ਵਿੱਚ ਫਸ ਗਈਆਂ। ਤੇ ਅਸੀਂ ਕਿਹਾ ਕਿ ਉਹ ਮਜ਼ਾਕ ਕਰਨ ਡਿਆ, ਉਹ ਮਜ਼ਾਕ ਵਾਧੂ ਕਰਦਾ ਹੁੰਦਾ ਤੇ ਅਸੀਂ ਮਜ਼ਾਕ ਸਮਝਣ ਡੇ ਸੀ। ਤੇ ਉਹ ਬੋਲੀ ਜਾਣ ਡਿਆ ਸੀ ਕਿ ਮੇਰੇ ਫਸ ਗਈ ਆ, ਗਿਟਕਾਂ ਮੈਂ ਖਾ ਡਿਆ ਸੀ ਤੇ ਉਹ ਫਸ ਗਈਆਂ ਵਾ। ਮਤਲਬ ਗਿਟਕਾਂ ਨਹੀਂ ਸੀ, ਉਹ ਪੂਰੀ ਇਮਲੀ ਸੀ, ਉਹਦੇ ਉੱਪਰ ਜਿਹੜਾ ਮਤਲਬ ਲੱਗੀ ਹੁੰਦੀ ਆ ਉਹ ਵੀ ਵਿੱਚ ਹੀ। ਤੇ ਉਹ ਨਾ ਫਸ ਗਈਆਂ ਤੇ ਇਹ ਨਾ ਉਹ ਕਹੀ ਜਾਵੇ ਕਿ ਮੇਰੇ ਗਲੇ ਵਿੱਚ ਅਟਕ ਗਈਆਂ ਵਾ ਤੇ ਨਿਕਲ ਨਹੀਂ ਰਹੀਆਂ, ਨਾ ਗਾਂ ਹੋਣੀਆਂ ਨਾ ਪਛਾਂ, ਤੇ ਸਾਹ ਵੀ ਬੜੀ ਮੁਸ਼ਕਲ ਆਉਣ ਡਿਆ ਵਾ। ਤੇ ਅਸੀਂ ਸਾਰੇ ਬੈਠੇ ਅਸੀਂ ਕਿਹਾ ਮਤਲਬ ਬੜਾ ਬਕਵਾਸ ਨਾ ਕਰ ਤੇ ਪਾਣੀ ਪੀ ਜਾ ਕੇ। ਤੇ ਅਸੀਂ ਮਜ਼ਾਕ ਸਮਝਣ ਦੇ, ਅਸੀਂ ਕਿਹਾ ਕਿ ਅੱਗੇ ਵੀ ਕਰਦਾ ਹੁੰਦਾ ਸੀ ਇਸ ਤਰ੍ਹਾਂ ਹੀ। ਉਹ ਆਪਣੀ ਗਿੱਚੀ 'ਚ ਚਪੇੜਾ ਮਾਰੀ ਜਾਵੇ ਤੇ ਉਹ ਥੋੜੀਆਂ ਗਲੇ ਤੋਂ ਅਟਕ ਗਈਆਂ, ਮਤਲਬ ਦਿਲ ਦੇ ਵਿੱਚ ਚਲ ਗਈਆਂ। ਤੇ ਇਹ ਨਾ ਉਹ ਅਸੀਂ ਫੇਰ ਆਖਿਆ ਕਿ ਕਦੋਂ ਦਾ ਡਿਆ ਵਾ, ਸੱਚੀ ਹੋਣਾ ਵਾ। ਤੇ ਮੁੜ ਕੇ ਫਿਰ ਮੰਮੀ ਉਹਨਾਂ ਨੇ ਵੇਖਿਆ ਤੇ ਉਹਨੇ ਲੱਕ ਨੂੰ ਵਾਵਾ ਮਲਿਆ ਤੇ ਉਹ ਮਤਲਬ ਸਾਹ ਵੀ ਔਖੇ ਆਉਣ ਲੱਗ ਪਏ ਤੇ ਪਾਣੀ ਆਖੀਏ ਪੀਏ ਤੇ ਪਾਣੀ ਅੱਗੇ ਵੀ ਨਾ ਜਾਵੇ। 2 ਚਮਚੇ ਵੀ ਪਾਣੀ ਅੱਗੇ ਨਹੀਂ ਸੀ ਜਾਣ ਡਿਆ। ਫਿਰ ਅਸੀਂ ਜਲਦੀ ਮਤਲਬ ਆਂਦੇ ਕਿ ਡਾਕਟਰ ਕੋਲ ਲੈ ਜਾਓ। ਤੇ ਆਂਟੀ ਨੇ ਕਿਹਾ ਕਿ ਤੁਸੀਂ ਪ੍ਰਾਰਥਨਾ ਕਰੋ। ਤੇ ਅਸੀਂ ਸਾਰੇ ਜਣੇ ਫਿਰ ਪ੍ਰਾਰਥਨਾ ਕਰਨ ਲੱਗ ਪਏ ਤੇ ਫਿਰ ਸੰਤਾਂ ਨੂੰ ਵੀ ਫੋਨ ਕੀਤਾ, ਸੰਤਾਂ ਕੋ ਵੀ ਪ੍ਰੇਅਰ ਕਰਵਾਈ ਤੇ ਮਜੀਠੇ ਵੀ ਲੈ ਕੇ ਆਏ। ਤੇ ਰਾਤ 8:30 ਦਾ ਟਾਈਮ ਸੀ ਤੇ ਉਹ ਡਾਕਟਰ ਕੋ ਗਏ, ਸਾਰੇ ਉਹਦੇ ਐਕਸ-ਰੇ ਵਗੈਰਾ ਕਰਵਾਏ। ਤੇ ਮੁੜ ਕੇ 12 ਵਜੇ ਉਹ ਜਦੋਂ 12 ਵਜੇ ਘਰੇ ਆਏ ਤੇ ਆਂਦੇ ਕਿ ਨਿਕਲ ਗਈ ਆ ਤੇ ਤੁਸੀਂ ਪਾਣੀ ਪੀ ਸਕਦੇ ਹੋ। ਤੇ ਪਾਣੀ ਜਿਹੜਾ ਉਹ ਅੱਗੇ ਨਹੀਂ ਜਾਂਦਾ ਤੇ ਉਹ ਵੀ ਡਰਦਾ ਸੀ ਕਿ ਮੈਂ ਹੁਣੇ ਮਤਲਬ ਇਹ ਕੀ ਕਰ ਬੈਠਾ ਵਾਂ। ਤੇ ਕਿਸੇ ਨੂੰ ਦੱਸਣ ਵੀ ਨਹੀਂ ਡਿਆ, ਆਂਦਾ ਅੱਗੇ ਚਲ ਗਈ ਆ ਤੇ ਪਾਣੀ ਅੱਗੇ ਜਾਣ ਨਹੀਂ ਡਿਆ। ਤੇ ਉਹ ਮਤਲਬ ਸਾਰੇ ਆਂਦੇ ਵੀ ਐਕਸਰਾ ਵੀ ਕਰਵਾਇਆ, ਐਕਸਰੇ 'ਚ ਕੁਝ ਵੀ ਨਹੀਂ ਆਇਆ, ਮਤਲਬ ਆਂਦੇ ਹੈ ਨਹੀਂ ਆ ਗਿਟਕ। ਤੇ ਉਹ ਮੁੜ ਕੇ ਸਾਰੀ ਰਾਤ ਮਤਲਬ ਅਸੀਂ ਪ੍ਰਾਰਥਨਾ ਕਰਦੇ ਰਹੇ। ਤੇ ਅਸੀਂ ਆਖਿਆ ਜੇ ਗਿਟਕ ਲੰਘ ਗਈ ਆ ਤੇ ਫਿਰ ਇਹ ਹੋਰ ਤਰ੍ਹਾਂ ਕਿਉਂ ਕਰੀ ਜਾਣ ਡਿਆ ਵਾ, ਇਹਨੂੰ ਸਾਹ ਕਿਉਂ ਨਹੀਂ ਸਹੀ ਆਉਣ ਡਿਆ। ਤੇ ਉਹ ਸਾਰੀ ਰਾਤ ਮਤਲਬ ਅਸੀਂ ਪ੍ਰਾਰਥਨਾ ਕਰਦੇ ਰਹੇ ਕਿ ਪ੍ਰਭੂ ਇਹਨੂੰ ਮਿੱਠੀ ਪਿਆਰੀ ਨੀਂਦ ਦਿਓ ਤੇ ਉਹ ਥੋੜਾ ਕੁ ਚਿਰ ਸੌਵੇ, ਉਹਨੂੰ ਫੇਰ ਹੋਰ ਨਾ ਹੋਵੇ। ਪਰ ਪ੍ਰਭੂ ਦਾ ਬਹੁਤ ਧੰਨਵਾਦ ਕਰਦੇ ਆ ਕਿ ਸਾਰੀ ਰਾਤ ਅਸੀਂ ਪ੍ਰਾਰਥਨਾ ਤੇ ਬੈਠੇ ਰਹੇ ਤੇ ਉਹ ਸਾਰੀ ਰਾਤ ਗਿਟਕ ਜਿਹੜੀ ਵਿੱਚ ਹੀ ਫਸੀ ਰਹੀ ਤੇ ਸਾਹ ਵੀ ਉਹਨੂੰ ਮਤਲਬ ਆਉਣ ਨਹੀਂ ਸੀ ਡਿਆ ਤੇ ਇਸ ਤਰ੍ਹਾਂ ਹੀ ਪੂਰੀ ਮਤਲਬ ਸਾਰੀ ਰਾਤ ਕੱਢੀ। ਫਿਰ ਸਾਰੇ ਸਵੇਰੇ ਉੱਠੇ ਤੇ ਆਂਦੇ ਵੀ ਸਾਰੀ ਰਾਤ ਤੇ ਸੁੱਤਾ ਨਹੀਂ ਆ ਤੇ ਐਕਸਰੇ ਤੇ ਕੁਝ ਵੀ ਨਹੀਂ ਆਇਆ ਤੇ ਇਹਨੂੰ ਫੇਰ ਹਸਪੀਟਲ ਲੈ ਜਾਓ। ਉਹਨੂੰ ਫੇਰ ਮਤਲਬ ਮਜੀਠੇ ਖੜਿਆ ਤੇ ਉਹ ਕਹਿੰਦੇ ਕਿ ਫਿਰ ਇਹ ਸਾਡੇ ਵਾਸ ਦੀ ਗੱਲ ਨਹੀਂ ਆ, ਇਹਨੂੰ ਤੁਸੀਂ ਅੰਮ੍ਰਿਤਸਰ ਲੈ ਜਾਓ। ਤੇ ਫਿਰ ਉੱਥੇ ਖੜਿਆ ਤੇ ਬਾਅਦ ਵਿੱਚ ਉਹਨਾਂ ਨੇ ਉਹਨੂੰ ਐਡਮਿਟ ਕਰ ਲਿਆ ਕਿ ਇਹ ਮਤਲਬ ਹਜੇ ਵਿੱਚ ਹੀ ਆ ਗਿਟਕ। ਤੇ ਅਸੀਂ ਪ੍ਰਭੂ ਦਾ ਧੰਨਵਾਦ ਕੀਤਾ ਕਿ ਇਹ ਥੋੜੀ ਜਿਹੀ ਚੀਜ਼ ਗਲੇ ਵਿੱਚ ਫਸੀ ਹੋਵੇ ਤੇ ਕਿ ਮਤਲਬ ਥੋੜਾ ਕੁ ਚਿਰ ਵੀ ਨਹੀਂ ਸਾਡੇ ਕੋਲ ਬੈਠਾ ਜਾਂਦਾ। ਤੇ ਪ੍ਰਭੂ ਨੇ ਇੰਨੀ ਆਸ਼ੀਸ਼ ਮਤਲਬ ਉਹਨੂੰ ਕਿਰਪਾ ਕੀਤੀ ਉਹਦੇ ਤੇ ਕਿ ਉਹ ਸਾਰੀ ਰਾਤ ਹੀ ਮਤਲਬ ਇਸ ਤਰ੍ਹਾਂ ਵਧੀਆ ਲੰਘ ਗਈ। ਤੇ ਫਿਰ ਜਦੋਂ ਸਵੇਰੇ ਖੜਿਆ ਤੇ ਉਹਨਾਂ ਨੇ ਮਤਲਬ ਉਹਦੇ ਜਿਹੜੀ ਹੁੰਦੀ ਆ
ਇੱਕ ਗਲੀ ਵਿੱਚ ਉਹਨਾਂ ਨੇ ਬਹੁਤ ਵੱਡੀ ਪੈਪ ਨਿਗਾਈ, ਜਿਹੜਾ ਦੂਰਬੀਨ ਵਾਲਾ ਕੋਈ ਕਹਿੰਦੇ ਆ ਵੀ ਉਹ ਹੁੰਦਾ ਵਾ ਪ੍ਰੇਤ। ਉਹਨਾਂ ਨੇ ਉਹ ਨਿਗਾਈ ਤੇ ਉਹਨਾਂ ਨੂੰ ਕਿਹਾ ਕਿ ਵੀ ਲੰਘ ਗਈ ਆ ਮੁੰਡੇ ਨੂੰ, ਤੇ ਉਹ ਕਹਿੰਦਾ ਕਿ ਨਹੀਂ ਹਜੇ ਨਹੀਂ ਲੰਘੀ, ਅਟਕ ਰਹੀ ਹਜੇ ਵੀ, ਤੇ ਪਾਣੀ ਵੀ ਨਹੀਂ ਲੰਘ ਰਿਹਾ, ਫੇਰ ਨਹੀਂ ਲੰਘ ਰਿਹਾ। ਇੱਕ ਦਿਨ ਹੋ ਗਿਆ ਸੀ, ਸਾਰਾ ਦਿਨ